15ਵਾਂ ਮਹੀਨਾ ਚੜ੍ਹ ਗਿਆ ਤੁਹਾਡੀ ਸਰਕਾਰ ਨੂੰ। ਤੁਸੀਂ ਪੰਜਾਬ 'ਚ ਬਦਲਾਅ ਦੇ ਨਾਂ 'ਤੇ ਸਰਕਾਰ ਬਣਾਈ ਸੱਤਾ ਲਈ, ਕਿੰਨਾ ਕੁ ਬਦਲਾਅ ਆ ਗਿਆ? ਤੁਸੀਂ ਇਲੀਗਲ ਕੰਸਟਰਕਸ਼ਨ ਕਰ ਰਹੇ ਹੋ, ਮੈਂ ਅਫੀਸ਼ੀਅਲ ਹੈ, ਮੈਂ ਤੁਹਾਨੂੰ ਨੋਟਿਸ ਦੇ ਦਿੰਦਾ, ਤੁਸੀਂ ਉਹ ਨੋਟਿਸ ਲੈ ਕੇ ਕੋਰਟ ਚਲ ਜਾਂਦੇ ਹੋ, ਕੋਰਟ ਇਨਵੇਰੀਬਲੀ ਸਟੇ ਦੇ ਦਿੰਦੀ ਹੈ ਜੀ। ਅੱਛਾ, ਨਾ ਅਸੀਂ घर के ना घाट के, सो अफसर ਨੂੰ ਕਿਹਾ ਸਟੇ ਨਹੀਂ ਦੇਗਾ, ਜੋ ਇਲੀਗਲ ਕੰਸਟਰਕਸ਼ਨ ਸਟੇ ਦੇਣ ਦੀ ਲੋੜ ਨਹੀਂ ਹੁੰਦੀ। ਡੇਲੀ ਵਿਜੀਲੈਂਸ ਡਿਪਾਰਟਮੈਂਟ ਇੱਕ ਦੋ ਸਾਡੇ ਕੋਲ ਪ੍ਰੈਸ ਨੋਟ ਆਉਂਦੇ ਨੇ ਵੀ ਪਟਵਾਰੀ ਫੜ ਲਿਆ, ਥਾਣੇਦਾਰ ਫੜ ਲਿਆ, ਫਲਾਣਾ ਸੁਪਰਡੈਂਟ ਇੰਜੀਨੀਅਰ ਫੜ ਲਿਆ। ਇਹਦਾ ਮਤਲਬ ਵੀ ਫਿਰ ਰਿਸ਼ਵਤ ਚੱਲ ਹੀ ਰਹੀ ਨੇ, ਜੇ ਫੜੇ ਜਾਂਦੇ ਨੇ ਤੇ ਰਿਸ਼ਵਤ ਤੇ ਹਾਲੇ ਰੁਕੀ ਨਹੀਂ ਗਈ। ਇੱਕ ਹੁੰਦੀਆਂ ਲਾਅ ਐਂਡ ਆਰਡਰ ਦੀ ਪ੍ਰੋਬਲਮਸ, ਇੱਕ ਹੁੰਦਾ ਐਡਮਿਨਿਸਟ੍ਰੇਟਿਵ ਪ੍ਰੋਬਲਮਸ, ਇੱਕ ਹੁੰਦੀਆਂ ਸੋਸ਼ਲ ਪ੍ਰੋਬਲਮਸ ਜੀ। ਹੁਣ ਭ੍ਰਿਸ਼ਟਾਚਾਰ ਮੇਰੇ ਹਿਸਾਬ ਨਾਲ ਇੱਕ ਸੋਸ਼ਲ ਪ੍ਰੋਬਲਮ ਬਣ ਕੇ ਰਹਿ ਗਈ। ਇਹ ਗੱਲ ਕਹਿਣੀ ਗਲਤ ਹੋਏਗੀ ਕਿ ਸਾਡੀ ਜਿਹੜੀ ਅਸੀਂ ਨਵੇਂ ਆ ਤਾਂ ਸਾਡੇ ਹਿੰਡਰੈਂਸ ਪੈ ਰਹੀ ਹੈ। ਦੇਖੋ, ਜੇ ਪੁਰਾਣੇ ਨਾਲ ਹੀ ਕੰਮ ਹੱਲ ਹੁੰਦਾ ਤੇ ਕੁੱਤਿਆਂ ਦੀ ਸਮੱਸਿਆ ਹੁਣ ਤੱਕ ਹੱਲ ਹੋਈ ਹੁੰਦੀ, ਥੋੜੀ ਗਾਈਆਂ ਦੀ ਸਮੱਸਿਆ ਹੱਲ ਹੋਈ ਹੁੰਦੀ। ਇਹ ਪ੍ਰਭਾਵ ਕਿਉਂ ਹੈ ਵੀ ਮਾਨ ਸਰਕਾਰ ਤੇ ਰਿਮੋਟ ਤੋਂ ਦਿੱਲੀ ਤੋਂ ਚੱਲਦੀ, ਇਹ ਪ੍ਰਭਾਵ ਖਤਮ ਕਿਉਂ ਨਹੀਂ ਹੋ ਰਿਹਾ? ਨਸ਼ੇ ਤਸਕਰ ਵਾਸਤੇ, ਕਿਸੇ ਸ਼ਰਾਬ ਵੇਚਣ ਵਾਲੇ ਵਾਸਤੇ, ਕਿਸੇ ਰੇਪਿਸਟ ਵਾਸਤੇ, ਕਿਸੇ ਮਾੜੇ ਕੰਮ ਕਰਨ ਵਾਸਤੇ ਫੋਨ ਕੀਤਾ ਹੋਵੇ ਕਿ ਸਾਡਾ ਬੰਦਾ ਛੱਡ ਦਿਓ ਤੇ ਅਸੀਂ ਗੁਨਾਹਗਾਰ, ਸਾਡੇ ਕੋਲ ਮਿੱਠਾ ਪਾਣੀ ਹੈਗਾ ਮਾਝੇ 'ਚ ਤੇ ਅਸੀਂ ਥੱਲੇ ਕੱਢ ਵੇਸਟ ਕਰੀ ਜਾਣ ਡੇ, ਨਹਿਰ ਦਾ ਪਾਣੀ 'ਚ ਵਰਤਣ ਨਹੀਂ ਡੇ, ਉਹ ਪਾਕਿਸਤਾਨ ਚਲੀ ਜਾਣ ਡੇ ਜਾਂ ਰਾਜਸਥਾਨ ਲਈ ਜਾਣ ਡਿਆ। ਸ਼ੀਸ਼ਾ ਬੋਲਦਾ ਸੱਚ। ਅੱਜ ਅਸੀਂ ਤੁਹਾਡੇ ਰੂਬਰੂ ਇੱਕ ਖੂਬਸੂਰਤ ਪੰਜਾਬ ਦੇ ਮੰਤਰੀ ਡਾਕਟਰ ਇੰਦਰਜੀਤ ਸਿੰਘ ਨਿੱਜਰ ਹੁਣਾਂ ਨੂੰ ਪੇਸ਼ ਕਰਾਂਗੇ। ਡਾਕਟਰ ਨਿੱਜਰ ਅੰਮ੍ਰਿਤਸਰ ਨਾਲ ਸੰਬੰਧਿਤ ਨੇ ਔਰ ਬਹੁਤ ਅਹਿਮ ਵਿਭਾਗ, ਸਥਾਨਕ ਸਰਕਾਰ ਵਿਭਾਗ, ਸੰਸਦੀ ਮਾਮਲੇ, ਭੂਮੀ ਤੇ ਜਲ ਸੰਭਾਲ ਵਿਭਾਗ, ਪ੍ਰਸ਼ਾਸਨਿਕ ਸੁਧਾਰ ਵਿਭਾਗ, ਉਹਨਾਂ ਨੂੰ ਦੇਖ ਰਹੇ ਨੇ। ਨਿੱਜਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਿੱਜਰ ਸਾਹਿਬ, ਸਿੱਧਾ ਸਵਾਲ, 15ਵਾਂ ਮਹੀਨਾ ਚੜ੍ਹ ਗਿਆ ਤੁਹਾਡੀ ਸਰਕਾਰ ਨੂੰ। ਤੁਸੀਂ ਪੰਜਾਬ 'ਚ ਬਦਲਾਅ ਦੇ ਨਾਂ 'ਤੇ ਸਰਕਾਰ ਬਣਾਈ ਸੱਤਾ ਲਈ, ਕਿੰਨਾ ਕੁ ਬਦਲਾਅ ਆ ਗਿਆ? ਬਦਲਾਅ ਤੇ ਮੇਰੇ ਹਿਸਾਬ ਨਾਲ ਕਾਫੀ ਆਇਆ ਜੀ। ਅਸੀਂ ਸੇਵਿੰਗ ਵਾਲੇ ਬੰਨੇ ਤੁਰੇ ਹਾਂ, ਸੇਵਿੰਗ ਵਾਲੇ ਬੰਨੇ ਤੇ ਵੇਖਿਆ ਜਾਵੇ ਤੇ ਜਿਸ ਤਰ੍ਹਾਂ ਅਸੀਂ ਉਹ ਜਿਹੜੀਆਂ ਐਕਸਟਰਾ ਪੈਨਸ਼ਨਾਂ ਲੱਗਦੀਆਂ ਸੀ MLA ਸਾਹਿਬ ਦੀਆਂ, ਉਹ ਬੰਦ ਕੀਤੀਆਂ। ਫਿਰ ਆ ਹੁਣੀ ਤੁਸੀਂ ਬੈਠੇ ਹੋ ਤੇ ਦੇਖੋ ਸਾਡੇ ਕਮਰੇ 'ਚ ਹੁਣ AC ਨਹੀਂ ਚੱਲ ਰਿਹਾ ਤੇ ਲੇਕਿਨ ਇਹ AC ਜਿਹੜੇ 2 ਵਜੇ ਤੋਂ ਬਾਅਦ ਇੱਕਦਮ ਬੰਦ ਹੋ ਜਾਂਦੇ ਨੇ। ਹਰ ਇੱਕ ਆਫਿਸ 2 ਵਜੇ AC ਬੰਦ ਹੋ ਜਾਣੇ ਨੇ, ਚਾਹੇ ਤੁਹਾਨੂੰ ਘੰਟਾ ਅਫਸਰ ਨੂੰ ਫਾਲਤੂ 2 ਘੰਟੇ ਫਾਲਤੂ ਕੰਮ ਕਰਨਾ ਪਏ, ਉਹ ਫਿਰ ਕੰਮ ਜਿਹੜਾ ਬਿਨਾਂ AC ਦਾ ਹੁੰਦਾ। ਸੋ ਅਸੀਂ ਕਈ 100 ਕਰੋੜ ਇਸ ਤਰ੍ਹਾਂ ਅਸੀਂ ਬੱਚਤ ਕਰਨੀ ਹੈ। ਬਾਕੀ ਜਿਹੜਾ ਸਾਡਾ ਮੇਨ ਕੰਮ ਜਿਹੜਾ ਜਿਹਨੂੰ ਥੋੜਾ ਟਾਈਮ ਵੀ ਲੱਗਦਾ ਹੈ, ਪ੍ਰਸ਼ਾਸਨਿਕ ਸੁਧਾਰ ਹੈ ਨਾ, ਉਹਦੇ ਵੱਲ ਸਾਡਾ ਧਿਆਨ ਜ਼ਿਆਦਾ ਹੈ। ਜੇ ਮੈਂ ਆਪਣੇ ਗਵਰਨਮੈਂਟ ਦੀ ਗੱਲ ਕਰਾਂ ਤੇ ਜਿਸ ਤਰ੍ਹਾਂ ਅਸੀਂ ਹੁਣ ਨਕਸ਼ੇ ਜਿਹੜੇ 500 ਗਜ ਦੇ ਘਰਾਂ ਦੇ ਨੇ ਉਹ ਅਸੀਂ ਕਰਨ ਜਾ ਰਹੇ ਹਾਂ ਬਹੁਤ ਜਲਦ ਕਿ ਉਹ ਸਿੱਧੇ ਸੈਲਫ ਅਟੈਸਟੇਸ਼ਨ ਹੋ ਜਾ ਕਰਨਗੇ। ਜਿਹੜਾ ਆਰਕੀਟੈਕਟ ਹੋਏਗਾ, ਜਿਹੜਾ ਨਕਸ਼ਾ ਸਬਮਿਟ ਕਰੇਗਾ, ਅਸੀਂ ਉਹਨੂੰ ਐਕਸੈਪਟ ਕਰ ਲਾਂਗੇ ਵੀ ਇਹ ਨਕਸ਼ਾ ਠੀਕ ਹੈ। ਕਿਉਂਕਿ ਸਾਡੇ ਕੋਲ ਸਟਾਫ ਦੀ ਵੀ ਘਾਟ ਹੈ, ਥੋੜ੍ਹੀ ਜਿਹੀ ਸਟਾਫ ਦੀ ਘਾਟ ਕਰਕੇ ਵੀ ਨਕਸ਼ੇ ਕਿੰਨਾ ਚਿਰ ਪੈ ਰਹਿੰਦੇ ਆ। ਸੋ ਅਸੀਂ ਐਕਸੈਪਟ ਕਰਾਂਗੇ ਇਹਨਾਂ ਨੂੰ। ਜ਼ਿੰਮੇਵਾਰੀ ਨਕਸ਼ੇ ਦੀ ਉਹਦੀ ਹੋਏਗੀ, ਕੰਸਟਰਕਸ਼ਨ ਦੀ ਜ਼ਿੰਮੇਵਾਰੀ ਸਾਡੀ ਹੋਏਗੀ। ਪਰ ਡਾਕਟਰ ਸਾਹਿਬ, ਇੱਕ ਮਿੱਥ ਹੈ, ਅੱਜ ਦੀ ਨਹੀਂ ਦਹਾਕਿਆਂ ਤੋਂ ਚੱਲ ਰਹੀ ਹੈ ਵੀ ਜਿਹੜੇ ਸਥਾਨਕ ਸਰਕਾਰ 'ਚ ਨਕਸ਼ੇ ਪਾਸ ਹੁੰਦੇ ਨੇ ਉਹ ਲੈ ਦੇ ਤੋਂ ਬਿਨਾਂ ਤਾਂ ਹੁੰਦੇ ਹੀ ਨਹੀਂ ਗੇ, ਰੇਟ ਫਿਕਸ ਨੇ ਬਕਾਇਦਾ। ਹਾਂਜੀ, ਇਸੇ ਨੂੰ ਅਸੀਂ ਤੋੜਨ ਵਾਸਤੇ ਸਾਰਾ ਕੁਝ ਆਨਲਾਈਨ ਕਰਨ ਦੀ ਗੱਲ ਕਰ ਰਹੇ ਹਾਂ ਨਾ। ਹੁਣ ਜੇ ਨਕਸ਼ਾ ਸਬਮਿਟ ਕਰਨ ਦੇ ਹਫ਼ਤੇ ਬਾਅਦ ਉਹ ਕੰਸਟਰਕਸ਼ਨ ਕਰਨੀ ਉਹਨੂੰ ਅਲਾਉਡ ਹੋਏਗੀ ਤੇ ਉਹਨੂੰ ਲੈਣ ਦੇਣ ਦੀ ਲੋੜ ਹੀ ਨਹੀਂ ਕਿਸੇ ਨਾਲ। ਸਿਰਫ ਹੁਣ ਇੱਕੋ ਚੀਜ਼ ਕਰਨ ਦੀ ਲੋੜ ਹੈ, ਜਿਹੜਾ ਨਕਸ਼ਾ ਬਣਿਆ ਉਹੀ ਆਪਣਾ ਬਣਾਵੇ ਘਰ ਹੋ ਜਾ। ਇਹ ਨਹੀਂ ਕਿ ਮੁੜ ਕੇ ਉਹ ਥੱਲੇ ਨੀਂਹ ਵੱਡੀ ਕਰ ਲਏ, ਆਪਣਾ ਪਲਿੰਥ ਲੈਵਲ ਤੇ ਘਰ ਨੂੰ ਵੱਡਾ ਕਰ ਲਏ, ਕਮਰੇ ਹੋਰ ਤਰ੍ਹਾਂ ਬਣਾ ਲਵੇ ਜਿਸ ਤਰ੍ਹਾਂ ਨਕਸ਼ਾ। ਸੋ ਜੋ ਨਕਸ਼ਾ ਸਬਮਿਟ ਕੀਤਾ ਸਾਨੂੰ ਉਸ ਤਰ੍ਹਾਂ ਬਣਾ ਲਏ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਫਿਰ ਲੈਣ ਦੇਣ ਦੀ ਲੋੜ ਹੀ ਨਹੀਂ ਕਿਤੇ ਪਏਗੀ, ਕਿਸੇ ਇੰਸਪੈਕਟਰ ਨੂੰ ਦੇਣ ਦੀ ਲੋੜ ਨਹੀਂ, ਕਿਸੇ ਬਿਲਡਿੰਗ ਵਾਲੇ ਬੰਦੇ ਨੂੰ ਦੇਣ ਦੀ ਲੋੜ ਨਹੀਂ, ਕਿਸੇ ਨਕਸ਼ੇ ਵਾਲੇ ਨੂੰ ਦੇਣ ਦੀ ਲੋੜ ਨਹੀਂ। ਜਦੋਂ ਅਸੀਂ ਗਲਤ ਕੰਮ ਕਰਦੇ ਹਾਂ ਤਾਂ ਹੀ ਸਾਨੂੰ ਦੇਣ ਦੀ ਲੋੜ ਪੈਂਦੀ ਆ, ਠੀਕ ਕੰਮ ਵਾਸਤੇ ਕਦੇ ਲੋੜ ਨਹੀਂ ਹੈ। ਔਰ ਬਾਕੀਆਂ ਨੂੰ ਮੈਂ ਸਭ ਨੂੰ ਕਹਿੰਦਾ, ਜਦੋਂ ਵੀ ਮਿਲਦੇ ਕਿ ਜਦੋਂ ਤੁਹਾਨੂੰ ਕੋਈ ਦਿੱਕਤ ਹੋਵੇ ਮੇਰੇ ਕੋਲ ਪਹੁੰਚ ਕਰੋ, ਆਪਾਂ ਬਿਲਕੁਲ ਤੁਹਾਡਾ ਹੱਲ ਕਰਾਂਗੇ। ਔਰ ਨਿੱਕੇ ਮੋਟੇ ਕੰਮਾਂ ਵਾਸਤੇ ਤਾਂ ਆਪਾਂ ਥੱਲੇ ਭੇਜਤਾ, ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਚੁੱਕਿਆ, ਕਿਸੇ ਤੇ ਇੰਟਰਵਿਊ ਕੀਤੀ ਸੀਗੀ ਕਿ ਜਿਹੜੇ CLU ਹੁੰਦੇ ਸੀਗੇ, CLU ਸਾਰੇ 500 ਗਜ ਤੋਂ ਉੱਪਰ ਦੇ ਚੰਡੀਗੜ੍ਹ ਹੁੰਦੇ ਸੀਗੇ, ਉਹ ਸਾਰੇ ਆਪਾਂ ਲੋਕਲ ਲੈਵਲ ਤੇ ਕਰਤੇ ਨੇ। ਉਹਦੇ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ, ਲੋਕੀ ਖੁਸ਼ ਨੇ ਬਹੁਤ ਇਸ ਗੱਲ ਨਾਲ। ਇਸੇ ਤਰ੍ਹਾਂ ਹੀ ਜਿਹੜੇ ਨਕਸ਼ੇ ਜਿਹੜੇ ਬਣਦੇ ਸੀਗੇ, ਸਾਡੀ ਕੰਸਟਰਕਸ਼ਨਸ ਹੁੰਦੀਆਂ ਸੀਗੀਆਂ, ਉਹਦੇ 'ਚ ਕਾਗਜ਼ਾਂ 'ਚ ਲਿਖ ਲੁਕ ਲੈਂਦੇ ਸੀ ਵੀ ਆਹ ਸੜਕ ਇੰਨੀ ਬਣ ਗਈ ਆ, ਉਹ ਰਿਕਾਰਡ ਰੱਖਣਾ ਬਹੁਤ ਔਖਾ ਸੀ ਉਹਦਾ। ਹੁਣ ਸਾਰਾ ਆਨਲਾਈਨ ਹੈ। ਸੋ ਤੁਸੀਂ ਉੱਥੇ ਉਹਦਾ ਪਾਉਂਦੇ ਹੋ
ਉਹ ਲੈਟੀਟਿਊਡ ਲੌਂਗੀਟਿਊਡ ਪਾਉਂਦੇ ਉਹਦਾ, ਤਾਂ ਕਿ ਸਾਨੂੰ ਪਤਾ ਲੱਗਦਾ ਇਹਦੇ ਵਿੱਚ ਸੜਕ ਬਣ ਰਹੀ ਹੈ, ਇੰਨੀ ਚੌੜੀ ਬਣ ਰਹੀ ਹੈ, ਇੰਨੀ ਮੋਟੀ ਬਣ ਰਹੀ ਹੈ, ਇੰਨੀ ਲੁੱਕ ਪੈਣੀ ਹੈ ਇੱਥੇ। ਹੁਣ ਜਿਹੜਾ ਨੈਕਸਟ ਸਾਡਾ ਸਟੈਪ ਹੈ ਜਿਹੜਾ ਕਿ ਅਸੀਂ ਬਹੁਤ ਜਲਦੀ ਕਰਨ ਜਾ ਰਹੇ ਹਾਂ, ਉਹ ਜਿਹੜੀ ਬਿਲਿੰਗ ਹੋਏਗੀ, ਜਿਹੜੀ ਉਹਨਾਂ ਨੂੰ ਪੇਮੈਂਟ ਹੋਏਗੀ, ਉਹ ਵੀ ਆਨਲਾਈਨ ਹੋਏਗੀ। ਸੋ ਆਨਲਾਈਨ ਪੇਮੈਂਟ ਨਾਲ ਇਹ ਜਿਹੜੀ ਥੋੜ੍ਹੀ ਬਹੁਤ ਕਰਪਸ਼ਨ ਹਾਲੇ ਵੀ ਐਗਜ਼ਿਸਟ ਕਰਦੀ ਹੋਏਗੀ ਤੇ ਉਹ ਇਹਦੇ ਨਾਲ ਗਾਇਬ ਹੋ ਜਾਏਗੀ। ਸੋ ਅਸੀਂ ਇਹਨੂੰ ਬਹੁਤ ਕੋਸ਼ਿਸ਼ ਸਾਡੀ ਇਹੀ ਹੈ ਕਿ ਸਾਰੇ ਕੰਮ ਤੁਹਾਡੇ ਆਨਲਾਈਨ ਹੋ ਜਾਣ, ਤਾਂ ਕਿ ਨਜਾਇਜ਼ ਜਿਹੜੇ ਕੰਮ ਉਹ ਚੱਲਦੇ ਨੇ, ਜਿਹੜੇ ਕਿ ਮੁਲਾਜ਼ਮਾਂ ਦੀ ਮਰਜ਼ੀ ਨਾਲ ਚੱਲਦੇ ਨੇ ਜਾਂ ਅਸਲ ਮੁਲਾਜ਼ਮ ਨੂੰ ਗਲਤ ਕੰਮ ਕਰਾਉਣ ਦਾ ਕੋਈ ਨੁਕਸਾਨ ਨਹੀਂ ਹੁੰਦਾ, ਕਿਉਂਕਿ ਇੱਕ ਲੜੀ ਖੁੱਲ ਜਾਂਦੀ ਹੈ। ਤੁਸੀਂ ਗਲਤ ਕਾਰ ਬਣਾ ਲਿਆ, ਮੁੜ ਕੇ ਸਾਰੀ ਉਮਰ ਵਾਸਤੇ ਤੁਸੀਂ ਬਲੈਕਮੇਲ ਹੋਗੇ। ਸੋ ਇਸ ਕਰਕੇ ਮੇਰੀ ਤੇ ਅਪੀਲ ਵੀ ਹੈ, ਲੋਕਾਂ ਨੂੰ ਵੀ ਅਪੀਲ ਹੈ ਕਿ ਜੋ ਤੁਸੀਂ ਨਕਸ਼ਾ ਜੋ ਤੁਸੀਂ ਘਰ ਬਣਾਉਣਾ ਉਹਨੂੰ ਹੀ ਸਬਮਿਟ ਕਰੋ। ਇੱਕ ਮੈਂ ਹੋਰ ਗੱਲ ਦੱਸਣੀ ਚਾਹਾਂਗਾ, ਕਈ ਵਾਰੀ ਅਸੀਂ ਵੀ ਨਾ ਕਾਨੂੰਨ ਬੜੇ ਸਟ੍ਰਿਕਟ ਬਣਾਏ ਹੋਏ ਨੇ ਵੀ ਖਿੜਕੀਆਂ ਇੰਨੀਆਂ ਵੱਡੀਆਂ ਚਾਹੀਦੀਆਂ ਨੇ, ਕਿਚਨ ਐਡਾ ਵੱਡਾ ਚਾਹੀਦਾ, ਬਾਥਰੂਮ ਐਡਾ ਵੱਡਾ ਚਾਹੀਦਾ, ਇੱਥੇ ਚਾਹੀਦਾ। ਇਹ ਬੜੇ ਮੇਰੇ ਹਿਸਾਬ ਨਾਲ ਬੜੇ ਪੁਰਾਣੇ ਔਰ ਬੜੇ ਕਈ ਬਹੁਤ ਬੇਫਜ਼ੂਲ ਕਾਨੂੰਨ ਨੇ, ਅਸੀਂ ਇਹਨਾਂ ਨੂੰ ਵੀ ਰੈਮੀਡੀਫਾਈ ਕਰ ਰਹੇ ਹਾਂ। ਸੋ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਹੁਣ ਇੱਥੇ ਖਰੜ 'ਚ ਬੜੀ ਤੁਸੀਂ ਜਿਹੜੀ ਗੱਲ ਕਹੀ ਹੈ ਵੀ ਲੋਕੀ ਗਲਤ ਕੰਸਟਰਕਸ਼ਨ ਕਰ ਲੈਂਦੇ ਨੇ, ਇਹ ਵੀ ਓਪਨ ਸੀਕਰੇਟ ਹੈ। ਹੁਣ ਤੁਸੀਂ ਪਤਾ ਨਹੀਂ ਕਿੰਨਾ ਕੁ ਕੰਟਰੋਲ ਕੀਤਾ ਹੈ ਵੀ ਜਦੋਂ ਕਿਸੇ ਨੇ ਕੋਈ ਇੰਕਰੋਚਮੈਂਟ ਕਰਨੀ ਹੁੰਦੀ ਹੈ ਜਾਂ ਫਾਰ ਐਗਜ਼ਾਮਪਲ ਵੀ ਜਿਹੜੀ ਛੱਤ ਆ ਉਹਦਾ ਵਾਧਾ, ਉਹਦੇ 'ਤੇ ਕਮਰਾ ਨਹੀਂ ਬਣਾ ਸਕਦੇ, ਕਮਰਾ ਬਣਾਉਣਾ ਹੁੰਦਾ ਤੇ ਉਹ ਫਿਰ ਤੁਹਾਡੇ ਡਿਪਾਰਟਮੈਂਟ ਦੇ ਹੀ ਬੰਦੇ ਨੇ ਉਹ ਸਲਾਹ ਦਿੰਦੇ ਨੇ ਵੀ ਤੁਸੀਂ ਸੈਚਰਡੇ ਸੰਡੇ ਕੰਮ ਕਰ ਲਓ, ਚੱਕ ਦਿਓ ਤੇ ਇੰਨੇ ਪੈਸੇ ਮੇਰੇ। ਸਵਾਲ ਇਹ ਹੈ ਵੀ ਸਥਾਨਕ ਸਰਕਾਰ ਵਿਭਾਗ ਖਾਸ ਕਰਕੇ ਤੇ ਸਾਰੇ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਨਾਰਾ ਆ, ਇੱਕ ਬਹੁਤ ਵੱਡਾ ਏਜੰਡਾ ਵੀ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ, ਉਹਦੇ 'ਚ ਕਿੰਨਾ ਕਾਮਯਾਬ ਹੋ ਗਏ? ਮੈਂ ਉਹੀ ਗੱਲ ਦੱਸਿਆ ਤੁਹਾਨੂੰ, ਜਿਸ ਤਰ੍ਹਾਂ ਅਸੀਂ ਇਹਨੂੰ ਸਟ੍ਰੀਮਲਾਈਨ ਕਰੀ ਜਾਵਾਂਗੇ ਸਾਰੇ ਨੂੰ, ਉਸ ਤਰ੍ਹਾਂ ਹੀ ਇਹ ਜਿੰਨਾ ਅਸੀਂ ਕੰਮ ਲੋਕਾਂ ਦਾ ਸੌਖਾ ਕਰੀ ਜਾਵਾਂਗੇ। ਜਿਵੇਂ ਹੁਣ ਅਸੀਂ ਇਹ ਲੈ ਆਏ ਇਸ ਗੱਲ 'ਚ ਕਿ ਜਿਹੜਾ ਤੁਸੀਂ ਨਕਸ਼ਾ ਸਬਮਿਟ ਕਰੋਗੇ, ਨਕਸ਼ਾ ਸਬਮਿਟ ਕਰਨ ਦੇ ਬਾਅਦ ਜਲਦੀ ਲੈ ਕੇ ਆ ਰਹੇ ਜੀ, ਨਹੀਂ ਲੈ ਕੇ ਆਏ ਕਿ ਸਬਮਿਟ ਕਰਨ ਦੇ ਬਾਅਦ ਇੱਕ ਫਿਕਸ ਟਾਈਮ ਹੈ, 45 ਡੇਜ਼ ਹੈ। ਸੋ 45 ਦਿਨਾਂ 'ਚ ਤੁਹਾਨੂੰ ਅਸੀਂ ਸਾਰਾ ਕੁਝ ਕਰਕੇ ਦੇਣਾ ਹੀ ਦੇਣਾ। ਜੇ ਨਾ ਹੋਇਆ ਫਿਰ ਉਹਦੇ 'ਚ ਇਹ ਆ ਕਿ ਅਸੀਂ ਲਿਸਟ ਬਣਾਤੀ ਹੈ 25 ਕੇ 30 ਪੁਆਇੰਟਸ ਹੈਗੇ ਨੇ ਵੀ ਆਹ ਕਾਗਜ਼ਾਤ ਜਿਹੜੇ ਪਲੀਜ਼ ਨਾਲ ਲਾ ਦਿਓ। ਸੋ ਇਹ ਅਸੀਂ ਕਰਨਾ ਹੀ ਕਰਨਾ, ਨਹੀਂ ਕਹਿੰਦੇ ਜਿਹੜਾ ਅਫਸਰ ਹੋਏਗਾ ਜ਼ਿੰਮੇਵਾਰੀ ਠਾਵਾਂਗੇ ਉਹਦੀ। ਹਾਂ, ਅਸੀਂ ਸਟ੍ਰਿਕਟ ਹੋਵਾਂਗੇ, ਅਫਸਰ ਤਾਂ ਸਟ੍ਰਿਕਟ ਹੋ ਵੀ ਰਹੇ ਹਾਂ। ਸੋ ਜਿਹੜੇ ਕਤਾਈਆਂ ਕਰਦੇ ਉਹਨੂੰ ਸਸਪੈਂਡ ਵੀ ਕਰ ਰਹੇ ਹਾਂ। ਮੈਂ ਤਾਂ ਇਸ ਤੱਕ ਕਹਿੰਦਾ ਕਿ ਜਿਹੜੇ ਬਿਲਕੁਲ ਹੀ ਰਿਪੀਟਡਲੀ ਹੈਬਿਚੁਅਲ ਅਫੈਂਡਰਸ ਨੂੰ ਟਰਮੀਨੇਟ ਕਰਨਾ ਚਾਹੀਦਾ। ਹੁਣ ਤੱਕ ਤੁਸੀਂ ਆਪਣੇ ਡਿਪਾਰਟਮੈਂਟ 'ਚ ਕਿੰਨੇ ਇੱਦਾਂ ਦੇ ਕੇਸ ਦੇਖੇ ਹੋਣਗੇ ਵੀ ਜਿਹਦੇ 'ਚ ਤੁਹਾਨੂੰ ਲੱਗਾ ਵੀ ਸਮੈਲ ਆਈ ਵੀ ਭ੍ਰਿਸ਼ਟਾਚਾਰ ਹੋ ਰਿਹਾ, ਤੇ ਐਕਸ਼ਨ ਕਿੰਨਾ ਕੁ ਕੀਤਾ? ਦੇਖੋ, ਇਲੀਗਲ ਕੰਸਟਰਕਸ਼ਨ ਤੇ ਬਹੁਤ ਜ਼ਿਆਦਾ ਹੋਈਆਂ ਪੂਰੇ ਦੇ ਪੂਰੇ ਸ਼ਹਿਰ ਹੀ ਫਸੇ ਹੋਏ ਨੇ ਇਲੀਗਲ ਕੰਸਟਰਕਸ਼ਨ। ਹੁਣ ਹੁੰਦਾ ਕਿ ਇੱਕ ਹੋਰ ਸਮੱਸਿਆ ਆ ਜਾਂਦੀ ਹੈ, ਤੁਸੀਂ ਇਲੀਗਲ ਕੰਸਟਰਕਸ਼ਨ ਕਰ ਰਹੇ ਹੋ, ਮੈਂ ਅਫੀਸ਼ੀਅਲ ਹੈ, ਮੈਂ ਤੁਹਾਨੂੰ ਨੋਟਿਸ ਦੇ ਦਿੰਦਾ, ਤੁਸੀਂ ਉਹ ਨੋਟਿਸ ਲੈ ਕੇ ਕੋਰਟ ਚਲ ਜਾਂਦੇ ਹੋ, ਕੋਰਟ ਇਨਵੇਰੀਬਲੀ ਸਟੇ ਦੇ ਦਿੰਦੀ ਹੈ। ਅੱਛਾ, ਨਾ ਅਸੀਂ ਘਰ ਕੇ ਨਾ ਘਾਟ ਕੇ, ਸੋ ਅਫਸਰ ਨੂੰ ਕਿਹਾ ਸਟੇ ਨਹੀਂ ਦੇਗਾ। ਜੋ ਇਲੀਗਲ ਕੰਸਟਰਕਸ਼ਨ ਸਟੇ ਦੇਣ ਦੀ ਲੋੜ ਹੀ ਨਹੀਂ ਉਹਦੀ। ਜੇ ਕੋਈ ਬਾਹਰਲਾ ਫਰੰਟ ਲਾਈਨ ਹਾਊਸ ਲਾਈਨ ਜਿਹੜਾ ਇੰਕਰੋਚ ਕਰਨ ਡਿਆ ਹੈ, ਜੇ ਕੋਈ ਸਰਕਾਰੀ ਜਗ੍ਹਾ ਤੇ ਆ ਰਿਹਾ ਹੈ, ਜੇ ਕੋਈ 4 ਮੰਜ਼ਿਲਾ ਦਾ 6 ਮੰਜ਼ਿਲਾ ਪਾ ਰਿਹਾ, ਤੇ ਕਹਿੰਦੇ ਉਹਨੂੰ ਕਾਹਦੇ ਨੋਟਿਸ ਦੀ ਲੋੜ ਆ? ਬੰਦੇ ਨੂੰ ਪਤਾ ਮੈਂ ਗਲਤ ਕਰਨ ਡਿਆ, ਤੇ ਨੋਟਿਸ ਉਹਨੂੰ ਕਿਹੜੀ ਗੱਲ ਦਾ ਦੇਣਾ? ਉਹ ਤਾਂ ਨੋਇੰਗਲੀ ਕਰਨ ਡਿਆ ਨਾ। ਪਰ ਡਾਕਟਰ ਸਾਹਿਬ ਜਿਹੜੇ ਇੱਦਾਂ ਕਰਦੇ ਨੇ, ਗੈਰ ਕਾਨੂੰਨੀ ਕਰਦੇ ਨੇ, ਤੁਹਾਡਾ ਕਿ ਮਤਲਬ ਵੀ ਉਹ ਸਿਆਸੀ ਸਰਪ੍ਰਸਤੀ ਤੋਂ ਜਾਂ ਸਿਆਸਤ ਸ਼ਹਿ ਤੋਂ ਬਿਨਾਂ ਕਰਦੇ ਨੇ? ਜਦੋਂ ਸਿਆਸੀ ਲੀਡਰ ਹੀ ਉਹਦੇ 'ਚ ਸ਼ਾਮਲ ਹੋਣਗੇ, ਕਿਉਂਕਿ ਹੁਣ ਤੁਹਾਡੀ ਪਾਰਟੀ ਸੱਤਾ 'ਚ ਹੈ, ਤੁਹਾਡੇ MLA ਜਾਂ ਥੱਲੜੇ ਜਿਹੜੇ ਨੇ ਨੇਤਾ ਸ਼ਾਮਲ ਹੋਣਗੇ, ਉਹਨਾਂ ਨੂੰ ਕਿਵੇਂ ਕੰਟਰੋਲ ਕਰ ਲਓਗੇ? ਇਹ ਇੱਕ ਪ੍ਰਥਾ ਹੀ ਚੱਲ ਰਹੀ ਹੈ। ਹਾਂਜੀ, ਤੁਹਾਡੀ ਗੱਲ ਠੀਕ ਹੈ, ਪਰ ਜਿਸ ਤਰ੍ਹਾਂ ਹੁਣ ਅੰਮ੍ਰਿਤਸਰ 'ਚ ਬਹੁਤ ਡਿਮੋਲੇਸ਼ਨਸ ਹੋ ਰਹੀਆਂ ਨੇ ਜੀ, ਹੁਣ ਅਸੀਂ ਕਰਾ ਰਹੇ ਹਰ ਸ਼ਹਿਰ ਆਪਣੇ ਸ਼ਹਿਰ 'ਚ। ਬਠਿੰਡੇ 'ਚ ਵੀ ਹੋਈਆਂ ਜੀ, ਬਠਿੰਡੇ 'ਚ ਉਹਨਾਂ ਹੜਤਾਲ ਵੀ ਕੀਤੀ, ਹੜਤਾਲ ਕਰ ਛੱਡੀ ਉਹਨਾਂ ਨੇ। ਉਹ ਕਹਿੰਦੇ ਜੀ ਤੁਸੀਂ ਸਾਡੇ ਨਜਾਇਜ਼ ਨੇ ਜਾਇਜ਼ ਵੀ ਢਾਤੇ ਆ। ਇਹਦਾ ਮਤਲਬ ਕਿ ਨਜਾਇਜ਼ ਬਣਾਇਆ ਸੀ, ਉਹਨਾਂ ਨੇ ਆਪ ਹੀ ਮੰਨ ਗਏ ਨਾ। ਉਹ ਤੇ ਜਿਹੜਾ ਬੰਦਾ ਕਹਿੰਦਾ ਤੁਸੀਂ ਸਾਡੇ ਜਾਇਜ਼ ਵੀ ਢਾਤੇ, ਇਹਦਾ ਮਤਲਬ ਨਜਾਇਜ਼ ਤੇ ਢਾਈ ਹੈ ਤੁਹਾਡੇ, ਤੇ ਉਹ ਜਾਇਜ਼ ਨੂੰ ਵੀ 2 ਟਨ ਨਿਕਲ ਗਈਆਂ ਹੋਣੀਆਂ ਕਿਤੇ। ਸੋ ਇਹ ਹਰ ਸ਼ਹਿਰ 'ਚ ਕਰਨ ਡਏ ਆ, ਲੁਧਿਆਣੇ 'ਚ ਕਰਨ ਡਏ, ਆਪਾਂ ਜਲੰਧਰ 'ਚ ਕਰਨ ਡਏ ਆ। ਸੋ ਸਟ੍ਰਿਕਟ ਆਰਡਰਸ ਦਿੱਤੇ ਸਾਡੇ ਵੱਲੋਂ, 100% ਬਲੈਂਕਟ ਇਹਨਾਂ ਨੂੰ ਸਪੋਰਟ ਹੈ ਸਾਡੀ ਕਿ ਤੁਸੀਂ ਇਸ ਕੰਮ ਕਰੋ, ਅਸੀਂ ਤੁਹਾਡੇ ਨਾਲ ਖੜੇ ਹਾਂ। ਇਹ ਇਨ ਜਨਰਲ ਮੈਂ ਗੱਲ ਕਰ ਰਿਹਾ ਡਿਪਾਰਟਮੈਂਟ ਦੀ ਨਹੀਂ। ਤੁਸੀਂ ਕਿਹਾ ਵੀ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਬੜੇ ਕਦਮ ਚੱਕੇ ਜਾ ਰਹੇ ਆ। ਡੇਲੀ ਵਿਜੀਲੈਂਸ ਡਿਪਾਰਟਮੈਂਟ 1-2 ਸਾਡੇ ਕੋਲ ਪ੍ਰੈਸ ਨੋਟ ਆਉਂਦੇ ਨੇ ਵੀ ਪਟਵਾਰੀ ਫੜ ਲਿਆ, ਥਾਣੇਦਾਰ ਫੜ ਲਿਆ, ਫਲਾਣਾ ਸੁਪਰਡੈਂਟ ਇੰਜੀਨੀਅਰ ਫੜ ਲਿਆ। ਇਹਦਾ ਮਤਲਬ ਵੀ ਫਿਰ ਰਿਸ਼ਵਤ ਚੱਲ ਹੀ ਰਹੀ ਨੇ। ਜੇ ਫੜੇ ਜਾਂਦੇ ਨੇ ਤੇ ਰਿਸ਼ਵਤ ਤੇ ਹਾਲੇ ਰੁਕੀ ਨਹੀਂ ਗਈ। ਦੇਖੋ, ਕੁਝ ਕੇਸ ਪੁਰਾਣੇ ਨੇ ਜਿਹੜੇ ਚੱਲ ਰਹੇ ਨੇ, ਨਹੀਂ ਗ੍ਰਿਫਤਾਰੀਆਂ ਤਾਂ ਹੋ ਰਹੀਆਂ ਨਹੀਂ, ਉਹ ਪੁਰਾਣੇ ਨਹੀਂ। ਮੈਂ ਰੀਸੈਂਟ ਗੱਲ ਕਰਦਾ ਵੀ ਅੱਜ ਹੀ ਲੱਖ ਰੁਪਇਆ ਦਿੰਦਿਆਂ ਫੜ ਲਏ, ਉਹ ਤੇ ਰੀਸੈਂਟ ਤੁਹਾਡੀ ਸਰਕਾਰ ਦੌਰਾਨ। ਦੇਖੋ, ਜਿਹੜਾ ਹਿਊਮਨ ਨੇਚਰ ਹੈ ਸਾਡਾ, ਉਹਨੂੰ ਤਾਂ ਬਦਲਦੇ ਟਾਈਮ ਲੱਗਦਾ।
ਤੁਹਾਡਾ ਮਤਲਬ ਮਾਨਸਿਕਤਾ ਚੋਂ ਭ੍ਰਿਸ਼ਟਾਚਾਰ ਨਹੀਂ ਗਿਆ ਤਾਂ ਚੋਂ ਭ੍ਰਿਸ਼ਟਾਚਾਰ ਕਰਨਾ ਉਹ ਦੇਖੋ ਦੋ ਇੱਕ ਹੁੰਦੀਆਂ ਲਾਅ ਐਂਡ ਆਰਡਰ ਦੀ ਪ੍ਰੋਬਲਮਸ, ਇੱਕ ਹੁੰਦਾ ਐਡਮਿਨਿਸਟ੍ਰੇਟਿਵ ਪ੍ਰੋਬਲਮਸ, ਇੱਕ ਹੁੰਦੀਆਂ ਸੋਸ਼ਲ ਪ੍ਰੋਬਲਮਸ। ਹੁਣ ਇਹ ਭ੍ਰਿਸ਼ਟਾਚਾਰ ਮੇਰੇ ਹਿਸਾਬ ਨਾਲ ਇੱਕ ਸੋਸ਼ਲ ਪ੍ਰੋਬਲਮ ਬਣ ਕੇ ਰਹਿ ਗਈ ਹੈ। ਅਸੀਂ ਇਹਨੂੰ ਐਕਸੈਪਟ ਕਰ ਲਿਆ। ਕੋਈ ਜ਼ਮਾਨਾ ਹੁੰਦਾ ਸੀ ਜਦੋਂ ਕੋਈ ਬੰਦਾ ਆਪਣੀ ਬੱਚਾ ਜਾਂ ਬੱਚੀ ਦਾ ਵਿਆਹ ਕਿਸੇ ਬਲੈਕਮੇਲਰ ਜਾਂ ਕਿਸੇ ਸਮਗਲਰ ਦੇ ਘਰ 'ਚ ਵਿਆਹ ਨਹੀਂ ਸੀ ਕਰਦਾ, ਹੁਣ ਐਕਸੈਪਟਡ ਹੈ। ਅੱਗੇ ਕਿਸੇ ਨੇ ਕਿਸੇ ਜੇਲ੍ਹ ਕੱਟ ਆਉਣਾ ਤਾਂ ਐਡੀ ਵੱਡੀ ਗੱਲ ਹੁੰਦੀ ਸੀ ਕਿ ਭ੍ਰਿਸ਼ਟਾਚਾਰ ਕਿਸੇ ਜੇਲ੍ਹ ਕੱਟ ਆਉਣੀ ਹੈ, ਕਿਸੇ ਨੂੰ ਪਤਾ ਲੱਗਣਾ ਵੀ ਇਹਨਾਂ ਭ੍ਰਿਸ਼ਟਾਚਾਰ ਕੀਤਾ, ਤੇ ਲੋਕੀ ਰਿਸ਼ਤਾ ਨਹੀਂ ਸੀ ਕਰਦੇ ਉਸ ਪਰਿਵਾਰ 'ਚ। ਹੁਣ ਤੇ ਜਦੋਂ ਜੇਲ੍ਹ 'ਚ ਬਾਹਰ ਆਉਂਦੇ ਫੁੱਲਾਂ ਦੀ ਵਰਖਾ ਵੀ ਹੋ ਜਾਂਦੀ, ਫੁੱਲਾਂ ਦੀ ਵਰਖਾ ਹੁੰਦੀ ਹੈ ਜੀ, ਆਮ ਦੇਖ ਰਹੇ ਫੁੱਲਾਂ ਵਰਖਾ ਹੋ ਰਹੀ ਹੈ। ਔਰ ਉਹਨੂੰ ਪੋਲੀਟੀਕਲ ਰੰਗ ਦੇਣਾ ਉਹ ਵੀ ਬੜੀ ਮਾੜੀ ਗੱਲ ਹੈ, ਕਿਉਂਕਿ ਜੇਲ੍ਹ ਜਾਣਾ ਕੋਈ ਚੰਗੀ ਗੱਲ ਨਹੀਂ ਹੈਗੀ। ਸੋ ਜੇ ਕੋਈ ਬਾਹਰ ਆ ਰਿਹਾ ਤੇ ਉਹਨੂੰ ਲੈ ਆਓ, ਡੀਸੈਂਟਲੀ ਬਾਹਰ ਲੈ ਆਓ, ਪਰ ਇਹ ਫੁੱਲਾਂ ਦੀ ਵਰਖਾ ਕਰੋ, ਕਹੋ ਸਾਡਾ ਜੀ ਇਹ ਹੀਰੋ ਹੈ ਸਾਡਾ, ਇਹ ਤੇ ਗਲਤ ਗੱਲਾਂ ਨੇ ਜੀ। ਉਹਦੇ ਇੱਕ ਨਿੱਜਰ ਸਾਹਿਬ ਦੱਸੋ, ਬੜੀ ਉਹ ਪਤਾ ਨਹੀਂ ਵਧੀਆ ਇਤਫਾਕ ਹੈ ਵੀ ਭਗਵੰਤ ਸਿੰਘ ਮਾਨ ਨੇ 2 ਮਲਿਆਲ ਜਿਹੜੇ ਨੇ ਅੰਮ੍ਰਿਤਸਰ ਨਾਲ ਸੰਬੰਧਿਤ, ਉਹਨਾਂ 'ਚ ਕੀ ਖੂਬੀ ਦੇਖ ਲਈ? ਇੱਕ ਡਾਕਟਰ ਇੰਦਰਵੀਰ ਨਿੱਜਰ ਜੀ, ਜਿਨ੍ਹਾਂ ਨੂੰ ਕਹਿ ਦਿੱਤਾ ਵੀ ਸ਼ਹਿਰੀ ਵਿਕਾਸ ਤੂੰ ਕਰਨਾ, ਤੇ ਇੱਕ ਨੇ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਨੇ ਕਿਹਾ ਪੇਂਡੂ ਵਿਕਾਸ ਤੂੰ ਕਰਨਾ। ਇਹ ਇੰਨੇ ਅਹਿਮ ਡਿਪਾਰਟਮੈਂਟ ਨੇ, ਮਝਾਲਾਂ ਤੋਂ ਬਿਨਾਂ ਨਹੀਂ ਲੱਭਿਆ ਮਾਨ ਸਾਹਿਬ ਨੂੰ ਕੋਈ ਹੋਰ? ਨਹੀਂ, ਜ਼ਰੂਰ ਲੱਭਿਆ ਹੋਏਗਾ ਜੀ, ਪਰ ਇਹ ਹੈ ਕਿ ਚਲੋ ਜਿਵੇਂ ਹੁਣ ਧਾਲੀਵਾਲ ਸਾਹਿਬ ਪਿੰਡ ਨਾਲ ਜੁੜੇ ਹੋਏ ਨੇ ਬੜੇ ਚਿਰ ਤੋਂ, ਫਿਰ ਬਾਹਰ ਵੀ ਗਏ, ਬਾਹਰੋਂ ਵੀ ਵਾਪਸ ਆਏ। ਦੋਨੋਂ ਪਾਸੇ ਜੁੜੇ ਨੇ, ਪਿੰਡ ਨਾਲ ਵੀ ਸ਼ਹਿਰ ਨਾਲ ਵੀ। ਸ਼ਹਿਰ ਨਾਲ ਘੱਟ ਨੇ, ਮਤਲਬ ਫੌਰਨ ਨਾਲ ਜੁੜੇ ਨੇ। ਸੋ ਉਹਨਾਂ ਕੋਲ ਦੋਵੇਂ ਸਮੱਸਿਆਵਾਂ ਗਏ ਸੀ। ਉਹਨਾਂ ਕੋਲ ਦੇਖੋ ਤੁਸੀਂ NRA ਵਿਭਾਗ ਨੂੰ ਦਿੱਤਾ, ਤੇ ਮੈਂ ਚਲੋ ਮੇਰੀ ਓਰੀਜਨ ਪਿੰਡ ਦੀ ਹੈ, ਮੈਂ ਪਿੰਡ ਰਿਹਾ ਵੀ ਹਾਂ, ਪਰ ਬਹੁਤ ਘੱਟ ਰਿਹਾ। ਸੋ ਮੇਰੀ ਐਜੂਕੇਸ਼ਨ ਵੀ ਸਾਰੀ ਬਾਹਰ ਸ਼ਹਿਰਾਂ 'ਚ ਹੋਈ, ਫਿਰ ਮੈਂ ਹੁਣ ਵਾਸਤਵੀ ਸ਼ਹਿਰ 'ਚ ਗਿਆ ਕਿ ਸੋ ਮੇਰੇ ਕੋਲ ਦੋਵੇਂ ਗੱਲਾਂ ਹੈਗੀਆਂ। ਮੇਰੇ ਕੋਲ ਪਿੰਡ ਦੀਆਂ ਕੋਈ ਸਮੱਸਿਆਵਾਂ ਨਹੀਂ ਜਿਹੜੀ ਮੈਨੂੰ ਨਾ ਪਤਾ ਹੋਣ, ਕਿਉਂਕਿ ਮੈਂ ਪਿੰਡ 'ਚ ਰਿਹਾ, ਮੈਂ ਵਾਹੀ ਕਰਾਈ ਆਪਣੇ ਹੱਥਾਂ ਨਾਲ, ਟਰੈਕਟਰ ਚਲਾਇਆ, ਹਰੇ ਕੰਮ ਕੀਤਾ, ਵਾਢੀ ਕਰਾਈ ਹੈ, ਮੈਂ ਭਰੀਆਂ ਢੋਈਆਂ, ਮੈਂ ਚੀਨੀਆਂ ਲਾਈਆਂ ਥੋੜ੍ਹੀਆਂ, ਲੇਕਿਨ ਕੋਈ ਕੰਮ ਨਹੀਂ ਜਿਹੜਾ ਮੈਂ ਆਪਣੇ ਹੱਥੀਂ ਨਾ ਕੀਤਾ ਹੋਵੇ। ਸੋ ਇਸ ਕਰਕੇ ਮੇਰੇ ਕੋਲ ਤਜਰਬਾ ਹੈਗਾ ਜਿਹੜਾ ਆਮ ਇੱਕ ਸ਼ਹਿਰੀ ਕੋਲ ਨਹੀਂ ਹੁੰਦਾ ਇਕੱਲੇ ਕੋ। ਤੇ ਬਾਕੀ ਉਹਨਾਂ ਨੇ ਸੋਚਿਆ ਕਿ ਇਹ ਕਰ ਸਕੇਗਾ, ਉਹਨਾਂ ਕੁਝ ਨਾ ਕੁਝ ਦੇਖਿਆ ਹੋਏਗਾ ਜੀ। ਨਹੀਂ, ਮੇਰਾ ਫਿਰ ਸਵਾਲ ਵੀ ਇਹ ਇਤਫਾਕ ਕਿਉਂ ਵੀ ਅੰਮ੍ਰਿਤਸਰ ਦੇ 2 ਸ਼ਹਿਰੀ ਤੇ ਪੇਂਡੂ ਦੇ ਮੰਤਰੀ ਬਣਾਤੇ, ਵਜ਼ੀਰ ਬਣਾਤੇ ਵੀ ਤੁਸੀਂ ਸੰਭੋ? ਹਾਂਜੀ, ਤੇ ਚਲੋ ਕਿਉਂਕਿ ਸ਼ਹਿਰੀ ਤੇ ਪੇਂਡੂ ਤੇ ਹੋਰ ਵੀ ਹਲਕਿਆਂ 'ਚ ਹੈਗੇ ਹੀ ਨੇ ਨਾ ਤੁਹਾਡੇ MLA ਜਾਂ ਮੰਤਰੀ ਜਿਹੜੇ ਹੈ ਹੀ ਨੇ। ਜੀ ਇਤਫਾਕ ਹੈ ਜੀ। ਮੈਂ ਤੇ ਸੋਚਦਾ ਜੇ ਮੈਨੂੰ ਕਦੇ ਮਿਲੇਗੀ ਮਿਨਿਸਟਰੀ ਤੇ ਕੋਈ ਹੈਲਥ ਦੀ ਮਿਲੇਗੀ, ਪਰ ਉਹਨਾਂ ਲੋਕਲ ਗਵਰਨਮੈਂਟ ਦਿੱਤੀ, ਠੀਕ ਹੈ, ਬਹੁਤ ਚੰਗੀ ਹੈ ਜੀ, ਇਟਸ ਮਚ ਬੈਟਰ। ਸਾਡੇ ਕੋਲ ਸਕੋਪ ਬਹੁਤ ਜ਼ਿਆਦਾ ਕਰਨ ਦਾ, ਇੱਥੇ ਤੇ ਇੰਨਾ ਸਕੋਪ ਹੈ ਕੰਮ ਕਰਨ ਦਾ ਕਿ ਅਨਲਿਮਿਟਿਡ ਹੈ। ਅਸੀਂ ਜਿੰਨਾ ਵੀ ਕੰਮ ਕਰਾਂਗੇ ਲੱਗੇਗਾ ਕੁਛ ਨਹੀਂ ਹੋਇਆ, ਇੰਨਾ ਕੰਮ ਇੱਥੇ ਕਰਨ ਵਾਲਾ ਹੈਗਾ। ਸੋ ਅਸੀਂ ਲੱਗੇ ਵੀ ਹੋਏ ਹਾਂ। ਫੋਰ ਐਗਜ਼ਾਮਪਲ ਅਸੀਂ ਦੇਖੋ ਹੁਣ ਪਿੱਛੇ ਜੇ 2 ਦਿਨ ਪਹਿਲਾਂ ਮੀਟਿੰਗ ਕੀਤੀ ਹੈ, ਕਿਉਂਕਿ ਮੈਂ ਸੋਚਦਾ ਕਿ ਜਿਹੜੀ ਅਵਾਰਾ ਕੁੱਤਿਆਂ ਦੀ ਔਰ ਅਵਾਰਾ ਪਸ਼ੂਆਂ ਦੀ ਜਿਹੜੀ ਸਮੱਸਿਆ ਹੈ ਬਹੁਤ ਗੰਭੀਰ ਸਮੱਸਿਆ ਪੂਰੇ ਹਿੰਦੁਸਤਾਨ ਵਾਸਤੇ, ਲੇਕਿਨ ਸਾਡੇ ਪੰਜਾਬ ਵਾਸਤੇ ਤਾਂ ਹੈਗੀ ਹੈ। ਸੋ ਮਲਟੀ ਮਿਨਿਸਟਰੀਅਲ ਮੀਟਿੰਗ ਅਸੀਂ ਕੀਤੀ ਹੈ, ਜਿਹਦੇ 'ਚ ਆਪਣਾ ਪੇਂਡੂ ਵਿਕਾਸ ਵੀ ਲਿਆ, ਅਸੀਂ ਲੋਕਲ ਗਵਰਨਮੈਂਟ ਵੀ ਆਈ ਹੈ, ਉਹਦੇ 'ਚ ਪਸ਼ੂ ਵਿਭਾਗ ਵੀ ਆਇਆ, ਉਹ 'ਚ ਅਰਬਨ ਗਵਰਨਮੈਂਟ ਜਿਹੜੀ ਉਹ ਵੀ ਲਈ ਹੈ, ਫਾਈਨਾਂਸ ਵਾਲੇ ਵੀ ਚੀਮਾ ਸਾਹਿਬ ਵੀ ਆਏ ਸੀਗੇ। ਸੋ ਇਹ 'ਚ ਅਸੀਂ ਹੁਣ ਇਹ ਪਲਾਨ ਕਰ ਰਹੇ ਹਾਂ ਕਿ ਜਿਹੜੀ ਕੁੱਤਿਆਂ ਦੀ ਹੈ ਨਾ, ਸਾਡਾ ਇੱਕ ਪ੍ਰੋਗਰਾਮ ਬਣੇ। ਅੱਗੇ ਪ੍ਰੋਗਰਾਮ ਨਹੀਂ ਹੈ, ਅੱਗੇ ਆ ਕਿ ਅੰਮ੍ਰਿਤਸਰ ਵਾਲੇ ਆਪਣਾ ਕਰ ਰਹੇ, ਲੁਧਿਆਣੇ ਵਾਲੇ ਆਪਣਾ ਕਰ ਰਹੇ, ਜਲੰਧਰ ਵਾਲੇ ਆਪਣੇ ਕਰ ਰਹੇ ਆ, ਲੇਕਿਨ ਪਿੰਡਾਂ ਦੇ ਕੌਣ ਕਰੇਗਾ ਸਮੱਸਿਆ ਹੱਲ? ਸੋ ਇਸੇ ਤਰ੍ਹਾਂ ਜਿਹੜੀ ਗਾਈਆਂ ਦੀ ਸਮੱਸਿਆ ਆ, ਇਹ ਜ਼ਮੀਨਾਂ ਦੇ ਅਵੇਲੇਬਲ ਨੇ ਪੰਚਾਇਤੀ ਰਾਜ ਕੋ, ਲੇਕਿਨ ਸਮੱਸਿਆ ਬਹੁਤੀ ਸ਼ਹਿਰਾਂ ਦੀ ਹੈ। ਸੋ ਇਹਦੇ 'ਚ ਅਸੀਂ ਇਹੀ ਪਲਾਨ ਕਰ ਰਹੇ ਕਿ ਜ਼ਮੀਨ ਉਹ ਦੇਣ, ਫੰਡ ਸਾਨੂੰ ਗਵਰਨਮੈਂਟ ਦੇਵੇ, ਔਰ ਪੰਚਾਇਤੀ ਭਾਵੇਂ ਲੋਕਲ ਗਵਰਨਮੈਂਟ ਹੀ ਆਪਣੇ ਥੱਲੇ ਲੈ ਲੈ ਸਮੱਸਿਆ ਹੈ ਸਾਰਾ ਕੁਝ ਜਿਹੜੀ ਹੈਗੀ ਹੈ ਔਰ ਰਨਿੰਗ ਇਹਦੀ। ਸੋ ਇਹ 2 ਮਹਿਕਮੇ 'ਚ ਅਸੀਂ ਜਿਹੜੇ 2 ਮੁੱਦੇ ਨੇ ਸਾਡੇ, ਇਹਨੂੰ ਬੜੇ ਸੀਰੀਅਸਲੀ ਮਾਨ ਸਾਹਿਬ ਦੀ ਸਰਕਾਰ ਲੈ ਰਹੀ। ਮਾਨ ਸਾਹਿਬ ਨੇ ਇੱਕ ਵੀ ਮੀਟਿੰਗ ਕਰਾਈ ਸੀਗੀ, ਪਰ ਕਿਉਂਕਿ ਉਹਨਾਂ ਕੋਲ ਹੋਰ ਬਹੁਤ ਕੰਮ ਕਰਨ ਨੂੰ ਹੁੰਦੇ ਨੇ। ਸੋ ਵਿਧਾਨ ਸਭਾ 'ਚ ਵੀ ਬੜੀ ਬਹਿਸ ਹੋਈ ਸੀ, ਵਿਧਾਨ ਸਭਾ 'ਚ ਵੀ ਬਹਿਸ ਹੋਈ ਸੀਗੀ। ਮੈਂ ਜ਼ਿੰਮੇਵਾਰੀ ਆਪਣੇ ਸਿਰ ਤੇ ਲਈ ਸੀਗੀ, ਔਰ ਇਹ ਮੈਂ ਜ਼ਿੰਮੇਵਾਰੀ ਬਾਖੂਬੀ ਨਿਭਾਉਣੀ ਹੈ। ਮੈਂ ਜਿੰਨਾ ਮੈਂ ਇੱਥੇ ਬਹਿ ਕੇ ਆਪਣੇ ਆਫਿਸ 'ਚ ਇਹ ਡੌਗ ਸਟਰਲਾਈਜੇਸ਼ਨ ਦੀ, ਉਹਨਾਂ ਨੂੰ ਇੰਜੈਕਟ ਕਰਨ ਦੀ, ਜਿਹੜੇ ਡੌਗ ਦੀ ਕੰਟਰੋਲ ਹੈ, ਬਰੀਡਿੰਗ ਦੀ ਕੰਟਰੋਲ ਹੈ, ਪੈਟਸ ਦਾ ਜਿਹੜਾ ਸਮੱਸਿਆ, ਇਹ ਸਾਰੀਆਂ ਅਸੀਂ ਕਾਨੂੰਨ ਬਣਾ ਰਹੇ ਹਾਂ, ਔਰ ਅਸੀਂ ਚਾਹੁੰਦੇ ਚੰਗੀ ਤਰ੍ਹਾਂ ਬਣਾ ਕੇ ਇੰਪਲੀਮੈਂਟ ਕਰੀਏ, ਕੱਚਾ ਪੱਕਾ ਕੰਮ ਨਾ ਕਰੀਏ। ਆਮ ਤੌਰ 'ਤੇ ਕੱਚਾ ਪੱਕਾ ਕੰਮ ਕਰਦੇ ਫਿਰ ਫੇਲ ਹੋ ਜਾਂਦਾ। ਡਾਕਟਰ ਸਾਹਿਬ, ਮੈਂ ਚੰਡੀਗੜ੍ਹ ਵੀ ਬਹੁਤ ਕਵਰ ਕੀਤਾ, ਪ੍ਰਸ਼ਾਸਨ ਚੰਡੀਗੜ੍ਹ ਦੀਆਂ 3 ਸਮੱਸਿਆਵਾਂ ਕਈ ਦਹਾਕਿਆਂ ਤੋਂ ਚੱਲ ਰਹੀਆਂ ਨੇ। ਇੱਕ ਅਵਾਰਾ ਕੁੱਤੇ, ਇੱਕ ਬਾਂਦਰ, ਇੱਕ ਨਾਲ ਹੋਰ ਵੀ ਹੈਗੀ ਇੱਥੇ ਸ਼ਹਿਰ ਦੀਆਂ ਮੱਖੀਆਂ। ਉਹ ਵੀ ਕਿਤੇ ਗਰਮੀਆਂ 'ਚ ਇੱਕ ਜੇਈ ਸੀ, ਇੰਜੀਨੀਅਰ ਸੀ PGI 'ਚ, ਉਹਦੀ ਤੇ ਡੈਥ ਹੀ ਹੋ ਗਈ ਸੀ, ਉਹ ਇੱਕਦਮ ਉਹਨੂੰ ਪੈ ਗਈਆਂ। ਚੰਡੀਗੜ੍ਹ ਕਿਹਾ ਜਾਂਦਾ ਵੀ ਸਿੱਧਾ ਕੇਂਦਰ ਨਾਲ ਜੁੜਿਆ, ਫੰਡ ਵੀ ਵਾਧੂ ਨੇ, ਕੋਈ ਸਿਆਸੀ ਦਖਲਅੰਦਾਜ਼ੀ ਵੀ ਨਹੀਂ ਗੀ, ਪਰ ਇਹਦੇ ਬਾਵਜੂਦ ਚੰਡੀਗੜ੍ਹ 'ਚ ਕੁੱਤਿਆਂ ਦੀ ਸਮੱਸਿਆ, ਚਲੋ ਬਾਂਦਰ ਤੇ ਪੰਜਾਬ 'ਚ ਸਮੱਸਿਆ ਨਹੀਂ ਗੀ, ਹੱਲ ਨਹੀਂ ਹੋਈ। ਤੁਹਾਨੂੰ ਸਭ ਤੋਂ ਵੱਡੀ ਸਮੱਸਿਆ ਕੀ ਲੱਗਦੀ ਹੈ ਕੁੱਤਿਆਂ ਨੂੰ ਕੰਟਰੋਲ ਕਰਨ ਲਈ ਪੰਜਾਬ? ਕੁੱਤਿਆਂ ਨੂੰ ਕੰਟਰੋਲ ਕਰਨ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਉਹ ਜਿਹੜੀ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਹੈ। ਕਾਨੂੰਨ ਇਹਨੇ ਸਟ੍ਰਿਕਟ ਬਣਾਤੇ ਨੇ ਕਿ ਉਹ ਇੰਪਲੀਮੈਂਟ ਹੀ ਕਰਨੇ ਔਖੇ ਆ।
ਤੇ ਉਹ ਬਹੁਤ ਰਿਸਪੌਂਸਿਵ ਵੀ ਨਹੀਂ ਗੇ, ਮਤਲਬ ਇਹ ਹੁੰਦਾ ਇੱਕ ਬੜੀ ਰਿਸਪੌਂਸਿਵ ਹੁੰਦੀ, ਮੈਂ ਚਿੱਠੀ ਪਾਵਾਂ ਕੱਲ੍ਹ ਮੈਨੂੰ ਜਵਾਬ ਆਵੇ, ਮੈਂ ਕਹਾਂ ਮੇਰੀ ਆ ਫੈਸਿਲਿਟੀ ਤਿਆਰ ਹੋ ਗਈ, ਇੰਸਪੈਕਟ ਕਰ ਜਾਓ ਆ ਕੇ, ਸੋ ਰਿਸਪੌਂਸਿਵ ਨਹੀਂ ਹੈ। ਪਰ ਸਾਡੀ ਖੁਸ਼ਕਿਸਮਤੀ ਹੈ ਕਿ ਉਦੋਂ ਮੈਨੂੰ ਮੌਕਾ ਮਿਲਿਆ, ਮੈਂ ਉਹਨਾਂ ਦੇ ਜਿਹੜੇ ਸੈਕਟਰੀ ਸੀ ਉਹਨਾਂ ਨਾਲ ਮੇਰੀ ਗੱਲ ਹੋ ਗਈ, ਇੱਕ ਹੋਰ ਜੂਨੀਅਰ ਸੀ ਉਹਨਾਂ ਨਾਲ ਵੀ ਗੱਲ ਹੋ ਗਈ, ਔਰ ਮੈਂ ਉਹਨੂੰ ਰਿਕੁਐਸਟ ਕੀਤੀ, ਮੈਂ ਕਿਹਾ ਮੈਂ ਸੀਰੀਅਸ ਹਾਂ, ਅਸੀਂ ਪੰਜਾਬ ਦੇ ਗਵਰਨਮੈਂਟ, ਮਾਨ ਸਾਹਿਬ ਦੀ ਗਵਰਨਮੈਂਟ ਜਿਹੜੀ ਹੈ ਇਸ ਮੁੱਦੇ ਸੀਰੀਅਸ ਹੈ, ਸਾਡੀ ਹੈਲਪ ਕਰੋ। ਤੇ ਉਹ ਕਹਿੰਦੇ ਅਸੀਂ ਕਰਾਂਗੇ। ਸੋ ਮੇਰੇ ਖਿਆਲ ਅਸੀਂ ਡੌਗਸ ਦੀ ਅਗਲੇ 4 ਸਾਲ ਜਿਹੜੇ ਸਾਡੇ ਕੋਲ ਬਚੇ ਹੈ, ਅਸੀਂ ਤੁਹਾਨੂੰ ਬਹੁਤ ਚੰਗੇ ਰਿਜ਼ਲਟ ਦੇ ਕੇ ਜਾਵਾਂਗੇ, ਅਵਾਰਾ ਗਾਈਆਂ ਦੇ ਵੀ ਔਰ ਅਵਾਰਾ ਕੁੱਤਿਆਂ ਦੀ ਵੀ। ਪਰ ਫਿਰ ਮੇਰਾ ਸਵਾਲ ਉੱਥੇ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਵੀ ਕੁੱਤਿਆਂ ਦਾ ਇੱਕ ਇਹ ਹੈ ਵੀ ਜੇ ਤੁਸੀਂ ਉਹਦੀ ਨਸਬੰਦੀ ਕਰੋਗੇ, ਜਿੱਥੋਂ ਚੱਕ ਕੇ ਖੜੋਗੇ ਦੁਬਾਰਾ ਉੱਥੇ ਛੱਡਣਾ ਪਊਗਾ, ਇੱਦਾਂ ਦੇ ਬੜੇ ਟੇਢੇ ਜਿਹੇ ਨਿਯਮ ਨੇ, ਉਹਨਾਂ ਨੂੰ ਕਿਵੇਂ ਸੋਲਵ ਕਰੋਗੇ? ਉਹ ਤਾਂ ਕੋਈ ਹੱਲ ਨਹੀਂ ਹੈਗਾ। ਲੋਕ ਕਹਿੰਦੇ ਨੇ ਕਿ ਇਕੱਠੇ ਲੈ ਜਾਓ, ਇਹਨਾਂ ਨੂੰ ਚੁੱਕ ਲਓ, ਪੌਂਡ ਬਣਾ ਦਿਓ, ਜਿਵੇਂ ਕਾਓ ਪੌਂਡ ਨਹੀਂ ਹੈਗੇ ਗਾਈਆਂ, ਉਹ ਇੱਕ ਕੁੱਤੇ ਵਾਸਤੇ ਬਣਾ ਨਹੀਂ ਸਕਦੇ, ਅਲਾਉਡ ਨਹੀਂ ਹੈ। ਬਿਲਕੁਲ। ਹਾਂਜੀ। ਸੋ ਅਸੀਂ ਜਦੋਂ ਹੁਣ ਹੈ ਕਿ ਸਾਡੇ ਕੋਲ ਸਟਰਲਾਈਜੇਸ਼ਨ ਸੈਂਟਰ ਸਿਰਫ 12-13 ਸ਼ਹਿਰਾਂ 'ਚ ਹੈਗੇ, ਵੱਡੇ ਸ਼ਹਿਰਾਂ 'ਚ, ਪਿੰਡ ਵਿੱਚ ਕਿਵੇਂ ਕਰਾਂਗੇ ਆਪਾਂ? ਸੋ ਅਸੀਂ ਪਲਾਨ ਕਰ ਰਹੇ ਕਿ 100 ਦੇ ਕਰੀਬ ਸਾਡੇ ਕੋਲ ਸੈਂਟਰ ਹੋਣ ਘੱਟੋ ਘੱਟ, ਠੀਕ ਹੈ ਨਾ ਗੱਲ। ਮੈਂ ਤਾਂ ਹੀ ਕਹਿ ਰਿਹਾ ਕਿ ਇਕੱਲੇ ਬੰਦੇ ਕੋ ਨਹੀਂ ਹੋਣਾ ਕੰਮ ਇਹ। ਹੁਣ ਜਿਵੇਂ ਅੰਮ੍ਰਿਤਸਰ ਤੇ ਸੈਂਟਰ ਬਣ ਗਿਆ, ਲੇਕਿਨ ਪਰਲੇ ਬੰਨੇ ਤੁਰ ਪਓ ਤੇ ਲੋਪੋ ਕੇ, ਅਜਨਾਲਾ, ਰਾਜਾ ਸਾਂਸੀ, ਮਜੀਠਾ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਉੱਥੇ ਬਣ ਹੀ ਨਹੀਂ ਸਕਦੇ ਕਦੇ। ਉਹਨਾਂ ਕੋਲ ਵੇਰ ਬਦੌਲ ਨਹੀਂ ਹੈਗਾ, ਫੈਸਿਲਿਟੀਆਂ ਨਹੀਂ ਹੈਗੀਆਂ, ਪੈਸੇ ਨਹੀਂ ਹੈਗੇ, ਪੈਸਾ ਚਾਹੀਦਾ। ਸੋ ਇਸੇ ਕਰਕੇ ਅਸੀਂ ਕਹਿ ਰਹੇ ਕਿ ਪੰਜਾਬ ਗਵਰਨਮੈਂਟ ਇੱਕ ਸੈਂਟਰਲ ਫੰਡ ਹੋਵੇ ਜਿਹਨੂੰ ਅਸੀਂ ਯੂਜ਼ ਕਰਕੇ ਲੋਕਲ ਗਵਰਨਮੈਂਟ ਆਪਣੇ ਸਿਰ ਤੇ ਲਵੇ ਕਿ ਅਸੀਂ ਪੂਰੇ ਪੰਜਾਬ ਦੇ ਕੁੱਤੇ ਸਟੈਬਲਾਈਜ਼ ਕਰਾਂਗੇ। ਸੋ ਉਹੀ ਪਲਾਨ ਅਸੀਂ ਕਰ ਰਹੇ ਹਾਂ, ਉਹੀ ਪਲਾਨ ਅਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਾਨੂੰਨ ਬਹੁਤ ਸਟ੍ਰਿਕਟ ਨੇ ਔਰ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਸਟੈਬਲਾਈਜ਼ ਕਰਨ ਦੇ ਸਿਵਾ, ਔਰ ਇਹਨਾਂ ਨੂੰ ਅਸੀਂ ਐਂਟੀ ਰੇਬੀਜ਼ ਵੈਕਸੀਨ ਲਾ ਦਈਏ ਤਾਂ ਕਿ ਜਦੋਂ ਸਟੈਬਲਾਈਜ਼ ਹੋ ਜਾਂਦੇ ਨਾ ਕੁੱਤੇ, ਤੇ ਇਹਨਾਂ ਦੇ 2-3 ਇਸ਼ੂਜ਼ ਹੈਗੇ ਆ। ਇੱਕ ਤੇ ਇਹ ਹੀਟ ਵੇਵ ਨਹੀਂ ਚੱਲਦੇ, ਸੋ ਜੇ ਚੁੱਕ ਕੇ ਇਹਨਾਂ ਨੂੰ ਜ਼ਿਆਦਾ ਦੂਰ ਖੜਦੇ ਆ ਤਾਂ ਵੀ ਇਹ ਡੈਥ ਹੋ ਜਾਂਦੀ ਇਹਨਾਂ ਦੀ। ਇੱਕ ਇਹ ਟੈਰੀਟੋਰੀਅਲ ਹੁੰਦੇ ਨੇ, ਸੋ ਜੇ ਇਹਨਾਂ ਨੂੰ ਆਪਣੀ ਟੈਰੀਟਰੀ ਦੁਬਾਰਾ ਨਹੀਂ ਛੱਡਾਂਗੇ, ਦੂਜੀ ਜਗ੍ਹਾ ਛੱਡ ਦਾਂਗੇ ਤੇ ਦੂਜੇ ਕੁੱਤਿਆਂ ਨੂੰ ਮਾਰ ਦੇਣਗੇ। ਸੋ ਇਹ ਗੱਲਾਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਇਹ ਸਮਝਦੀ ਆ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ, ਔਰ ਇਸੇ ਕਰਕੇ ਕਾਨੂੰਨ ਬਹੁਤ ਸਖਤ ਬਣੇ ਨੇ। ਲੇਕਿਨ ਅਸੀਂ ਕਾਨੂੰਨਾਂ ਦੇ ਦਾਇਰੇ ਦੇ ਅੰਦਰ ਰਹਿੰਦੇ ਹੋਏ ਵੀ ਐਨੀਮਲ ਵੈਲਫੇਅਰ ਆਫ ਬੋਰਡ ਆਫ ਇੰਡੀਆ ਤੋਂ ਜਿਹੜਾ ABC ਪ੍ਰੋਗਰਾਮ ਹੁੰਦਾ, ਇਹਨੂੰ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਕਹਿੰਦੇ ਆ, ਇਹਨੂੰ ਅਸੀਂ ਬਹੁਤ ਬਾਖੂਬੀ ਤਰੀਕੇ ਨਾਲ, ਮਤਲਬ ਅਸੀਂ ਦੇਖੋ ਪਹਿਲੀ ਗੱਲ ਉਹਦੀ ਇੰਟੈਂਟ, ਸਾਡੀ ਇੰਟੈਂਟ ਬਣ ਗਈ ਹੈ ਸਾਡੀ। ਮਾਨ ਸਾਹਿਬ ਨੇ ਕਹਿਤਾ ਵੀ ਇਹ ਹੋਣਾ ਚਾਹੀਦਾ ਕੰਮ। ਹੁਣ ਸਾਨੂੰ ਲੋੜ ਹੈ ਪੈਸਿਆਂ ਦੀ ਔਰ ਫੈਸਿਲਿਟੀਜ਼ ਦੀ। ਜਿੱਦਣ ਪੈਸੇ ਸਾਡੇ ਕੋਲ ਆ ਜਾਂਦੇ ਆ, ਅਸੀਂ ਮਲਟੀਪਲ ਫੈਸਿਲਿਟੀਜ਼ ਕ੍ਰੀਏਟ ਕਰਕੇ ਐਨੀਮਲ ਵੈਲਫੇਅਰ ਬੋਰਡ ਨੂੰ ਕਹਿੰਦੇ ਪਲੀਜ਼ ਆ ਜਾਓ, ਇੰਸਪੈਕਟ ਕਰ ਲਓ, ਡਾਕਟਰ ਸਾਹਿਬ। ਇੱਕ ਕੰਮ ਹੋ ਜਾਏਗਾ। ਇੱਕ ਵਿਰੋਧੀ ਧਿਰ ਔਰ ਖਾਸ ਕਰਕੇ ਦੰਦ ਕਥਾ ਜੀ ਵੀ ਹੈਗੀ ਹੈ ਵੀ ਆਮ ਆਦਮੀ ਪਾਰਟੀ ਨਵੀਂ ਜੰਮੀ ਪਾਰਟੀ, 10.5 ਸਾਲੇ ਦਾ ਇਹਦੀ ਲਾਈਫ ਹੈ, ਤੇ ਪਹਿਲੀ ਵਾਰੀ ਪੰਜਾਬ 'ਚ ਸਰਕਾਰ ਬਣੀ ਹੈ ਤੇ ਮੰਤਰੀ ਸਾਰੇ ਨਵੇਂ ਨੇ, ਤਕਰੀਬਨ ਇੱਕ ਅੱਧੇ ਨੂੰ ਛੱਡ ਕੇ। ਪਹਿਲੀ ਵਾਰੀ MLA ਬਣੇ, ਪਹਿਲੀ ਵਾਰੀ ਭਗਵੰਤ ਮਾਨ ਜੀ ਮੁੱਖ ਮੰਤਰੀ ਬਣ ਗਏ, ਤੁਸੀਂ ਸਾਰੇ ਮੰਤਰੀ ਬਣ ਗਏ। ਇਹ ਕਿਹਾ ਜਾਂਦਾ ਵੀ ਖਾਸ ਕਰਕੇ ਮੰਤਰੀ ਸਰਕਾਰ ਨਹੀਂ ਚਲਾ ਰਹੇ, ਸਰਕਾਰ ਤੇ ਅਫਸਰਸ਼ਾਹੀ ਚਲਾ ਰਹੀ, ਕਿਉਂਕਿ ਅਨਾੜੀ ਨੇ ਉਹ ਜਿਵੇਂ ਕਹਿੰਦੇ ਨੇ ਉੱਦਾਂ ਹੀ ਚੱਲਦੀ। ਇਹਦੇ ਨਾਲ ਵੀ ਕਿਤੇ ਪ੍ਰੋਬਲਮ ਆ ਰਹੀ, ਜਿਹੜਾ ਤੁਸੀਂ ਬਦਲਾਅ ਲਿਆਉਣਾ ਜਲਦੀ, ਵੀ ਅਫਸਰਸ਼ਾਹੀ ਕਾਬੂ ਨਹੀਂ ਆ ਰਹੀ? ਦੇਖੋ ਬਿਊਰੋਕ੍ਰੇਸੀ ਦੀ ਔਰ ਜਿਹੜੇ ਜੂਨੀਅਰ ਹੈਗਾ, ਇਹ ਗਵਰਨਮੈਂਟ ਮਸ਼ੀਨਰੀ ਕਿਸੇ ਵੀ ਮੁਲਕ ਦੀ, ਅਮਰੀਕਾ ਲੈ ਲਓ, ਕੈਨੇਡਾ ਲੈ ਲਓ, ਸਲੋ ਚੱਲਦੀ ਹੈ, ਐਸਾ ਸਲੋ ਚੱਲਦੀ ਹੈ। ਪ੍ਰਾਈਵੇਟ ਐਂਟਰਪ੍ਰਾਈਜ਼ ਹਮੇਸ਼ਾ ਤੇਜ਼ ਚੱਲਦੇ, ਬਿਕੋਜ਼ ਇੱਕ ਬੰਦਾ ਡਿਸੀਜਨ ਲੈਂਦਾ ਥੱਲੇ ਚੱਲ ਜਾਂਦਾ ਹੈ। ਸੋ ਗਵਰਨਮੈਂਟ, ਕਿਉਂਕਿ ਤੁਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰਨਾ ਹੁੰਦਾ ਕੰਮ, ਸੋ ਇਸ ਕਰਕੇ ਸਲੋ ਚੱਲਦੀ ਹੈ। ਲੇਕਿਨ ਇਹ ਗੱਲ ਕਹਿਣੀ ਗਲਤ ਹੋਏਗੀ ਕਿ ਸਾਡੀ ਜਿਹੜੀ ਅਸੀਂ ਨਵੇਂ ਆ ਤਾਂ ਸਾਡੇ ਹਿੰਡਰੈਂਸ ਪੈ ਰਹੀ ਹੈ। ਦੇਖੋ ਜੇ ਪੁਰਾਣੇ ਨਾਲ ਹੀ ਕੰਮ ਹੱਲ ਹੁੰਦਾ ਤੇ ਕੁੱਤਿਆਂ ਦੀ ਸਮੱਸਿਆ ਹੁਣ ਤੱਕ ਹੱਲ ਹੋਈ ਹੁੰਦੀ, ਥੋੜੀ ਗਾਈਆਂ ਦੀ ਸਮੱਸਿਆ ਹੱਲ ਹੋਈ ਹੁੰਦੀ। ਇਹਨਾਂ ਸੋਚਿਆ ਵੀ ਨਹੀਂ। ਸੋ ਅਸੀਂ ਸੋਚ ਰਹੇ ਹਾਂ, ਜਿਹੜੀ ਸਾਡੇ ਦਿਮਾਗ ਸੋਚ ਆਈ ਹੈ ਔਰ ਦਿਨ ਰਾਤ ਸੋਚ ਇਹ ਰਹਿ ਰਹੀ ਹੈ। ਮੈਂ ਜਿੱਥੇ ਬਹਿਨਾ ਮੈਨੂੰ ਕਹਿੰਦੇ ਨਾ, ਖਾਂਦਾ ਪੀਂਦਾ ਮੈਂ ਕੁੱਤਿਆਂ ਬਿੱਲੀਆਂ ਦੀ ਗੱਲਾਂ ਕਰਦਾ ਔਰ ਗਾਈਆਂ ਦੀ ਬਿੱਲੀਆਂ ਇਹਨਾਂ ਦੀ ਗੱਲਾਂ ਕਰਦਾ, ਬਿਕੋਜ਼ ਮੇਰੇ ਦਿਲ ਤੇ ਸਵਾਰ ਹੋ ਗਿਆ ਭੂਤ ਕਿ ਅਸੀਂ ਇਹਨਾਂ ਨੂੰ ਠੀਕ ਕਰਨਾ ਹੈ। ਕੋਈ ਇਨਸੀਡੈਂਟ ਵੀ ਦੱਸਿਆ ਆਪਣਾ ਜਿਹੜਾ ਵਾਪਰਿਆ ਤੁਹਾਡੇ ਨਾਲ? ਮੇਰੇ ਨਾ ਫੁੱਫੜ ਜੀ ਸੀਗੇ ਜੀ, ਆਰਮੀ ਅਫਸਰ ਸੀਗੇ। ਮੈਂ ਉਹਨਾਂ ਕੋਲ ਰਹਿ ਕੇ 6 ਸਾਲ ਪੜ੍ਹਿਆ ਆਪਣੀ ਉਮਰ, ਪਹਿਲੇ 6 ਸਾਲ ਮੈਂ ਉਹਨਾਂ ਕੋਲ ਪੜ੍ਹਿਆ ਸੀਗਾ। ਤੇ ਉਹ ਵੈਟਰਨਰੀਅਨ ਵੀ ਸੀਗੇ, ਆਰਮੀ ਅਫਸਰ ਵੀ ਸੀਗੇ, ਤੇ ਕੁੱਤਿਆਂ ਦੇ ਬਹੁਤ ਸ਼ੌਕੀਨ ਸੀਗੇ। ਉਹ ਕੁੱਤੇ ਨੇ ਵੜ ਲਿਆ ਉਹਨਾਂ ਨੂੰ, ਤੇ ਸਾਰੇ ਕਹਿਣ ਟੀਕਾ ਵਾਲਾ, ਕਹਿੰਦੇ ਯਾਰ ਇਹ ਕੁੱਤਾ ਤੁਸੀਂ ਤੰਗ ਕਰਦੇ ਤਾਂ ਵੜਦਾ, ਤੇ ਉਹਨਾਂ ਨੂੰ ਰੇਬੀਜ਼ ਹੋ ਗਈ ਸੀਗੀ। ਉਹ ਅੱਛਾ, ਉਹੀ ਡਾਈਟ ਹੈ ਨਾ। ਸੋ ਮੈਂ ਉਹ ਮੇਰੇ ਦਿਮਾਗ 'ਚ ਵੀ ਇੱਕ ਹੈਗੀ ਗੱਲ ਕਿ ਮੈਂ ਉਹਨਾਂ ਦੇ ਮਤਲਬ ਯਾਦ ਵਿੱਚ ਮੈਂ ਚਾਹੁੰਦਾ ਕਿ ਸਾਰਾ ਹੋਵੇ ਜੀ ਚੰਗੀ ਤਰ੍ਹਾਂ। ਚਲੋ ਇਹਦੇ ਨਾਲ ਹੀ ਪੰਜਾਬ ਦਾ ਭਲਾ ਹੋ ਸਕਦਾ। ਡਾਕਟਰ ਸਾਹਿਬ ਥੋੜ੍ਹਾ ਤੁਹਾਡੇ ਸ਼ਹਿਰ ਵੱਲ ਜਾਂਦੇ ਆ। ਅੰਮ੍ਰਿਤਸਰ 'ਚ ਪਿਛਲੇ ਸਮੇਂ ਜਿਹੜਾ ਹੈਰੀਟੇਜ ਗਲਿਆਰਾ ਜਿਹੜਾ, ਉੱਥੇ 3 ਧਮਾਕੇ ਹੋਏ।
ਇਸੇ ਤਰ੍ਹਾਂ ਹੋਰ ਵੀ ਕਈ ਇੰਸੀਡੈਂਟ ਇਦਾਂ ਦੇ ਵਾਪਰ ਰਹੇ ਆ, ਜਿਵੇਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ 'ਚ ਬੇਅਦਬੀ ਕਰਨ ਦਾ ਯਤਨ ਕੀਤਾ, ਜਿਹਨੇ ਯਤਨ ਕੀਤਾ ਉਹਦੀ ਬਾਅਦ 'ਚ ਫਿਰ ਮੌਕੇ 'ਤੇ ਕੀ ਕਤਲ ਹੀ ਕਹਾਂਗੇ ਉਹਦਾ ਹੋ ਗਿਆ। ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ ਇਹ ਪਵਿੱਤਰ ਸ਼ਹਿਰ 'ਚ ਇੱਦਾਂ ਦੀਆਂ? देखो ह्यूमन नेचर है, ह्यूमन नेचर ते आए ने। सो इंसान किस तरह रिएक्ट करता है, जिवें मुंडे जो फड़े ने उन्हें शायद कहता जी वो सिंह तुसीं बंदी बनाए ने उन्होंने करके कर रहे हैं, या सानू न्याय नहीं मिल रहा उहदे करके कर रहे हैं। पर तुसीं वेखोगे कि जिहड़ी भी कौम तकड़ी हुंदी है, स्ट्रोंग हुंदी है ना, वो रिएक्ट नहीं करती, वो एक्ट करती है। ਅਸੀਂ रिएक्ट बहुत करना शुरू करता, हर एक गल ते रिएक्ट करने, फेसबुक ते पहुँच जाने, पोस्टां पाने शुरू कर दिंदे, गलत मतलब अफवाहां फैलाउणियां शुरू कर दिंदे। ये ना तो पंजाब नूं हेल्प कर रही, ना सिखां नूं हेल्प कर रही है। सो इस करके ठरमे नाल काम करना चाहिए, ठंडे दिमाग नाल गल करनी चाहिए है। देखो बंदे फड़े गए सारे, SGPC कहते असीं फड़े, पुलिस कहती फड़े, जिन्ने भी फड़े लेकिन बंदे फड़े गए हो। सो वेरी गुड, ये बहुत चंगी गल है जी। SGPC और पंजाब पुलिस की सहयोग ना फड़ेगे तो फिर तो होर चंगी गल है, तो मतलब कि असीं रल के काम कर रहे हैं। कोई भी इहो जिहा काम नहीं हो रहा जिहदे च असीं एंड रिजल्ट ते नहीं पहुँच रहे। सो और कोई भी ऐसा मुल्क नहीं है जिथे गलत काम ना होंदे होण। जे असीं डिवेलप कंट्री कर रही है, जैसे अमेरिका फॉर एग्जाम्पल, तुसीं अमेरिका पुलिस नूं 2 दिन बाद चुक लो, राइट्स हो जाणगे, दुकानां लुट के लैणगे सारियां। सो कानून ते हर जगह लोग तोड़न की कोशिश करते हैं, साडे भी लोग तोड़न की कोशिश करते हैं। क्वेश्चन ये है कि असीं उन्हां नूं फड़ना चाहुंदे कि नहीं फड़ना चाहुंदे। साडे पुलिस नूं हिदायत की हुंदी है, पुलिस पहले जमाने च भी हिदायतां हुंदियां सी, छड्ड दो परां इहनूं, रहण दो, कोई गल नहीं, थोड़े नशा फड़े गए छड्ड दो। देखो एक ये भी मैं पुलिस अफसर नूं जानदा है जिन्हां दी हाले तक ये दिल च रह गई, मतलब कि यार मैं एक बंदा फड़िया सी, कोई सिटिंग MLA सीगा ते वो फड़िया सी नशे दे नाल, और FIR दर्ज करन तों पहले मैनूं फोन आ गया सीगा। ठीक है ना गल। हुण कोई कह दे कि मान साहब ਜਾਂ ਤਾਂ कोई मंत्री या किसी MLA ने किसी नशे तस्कर वास्ते, किसी शराब बेचने वाले वास्ते, किसी रेपिस्ट वास्ते, किसी माड़े काम करने वास्ते फोन किया होवे कि साडा बंदा छड्ड दो, ते असीं गुनाहगार। निज्जर साहब एक तुसीं टैलीफोन की गल की, कोई फोन करते एक विरोधी तरह कर करके दोष लाउंदियां भी मान सरकार जिहड़ी पंजाब तो नहीं चलती, दिल्ली तो चलती है। जदों तुसीं अपने डिपार्टमेंटां 'च काम करते जे, वर्किंग करते जे, तुहानूं दिल्ली तो किते आया भी डॉक्टर निज्जर ये नहीं करना, ये करना, कोई दखलअंदाजी हैगी? देखो तुसीं कहना झूठ बोलदा है, अज तक मैं नहीं कहता झूठ बोलदा, फिर लोगों ने कह देना जी अज तक किसी दिल्ली के बंदे ने या मैनू किसी अपने मान साहब ने मैनू क्या हो तू ऐ नहीं ऐ करना। चलो मान साहब तो कह ही सकते हैं, है ना, क्या नहीं, मैं गल करे क्या नहीं कहा, इन्नी नॉन इंटरफेरेंस है कि बिल्कुल नहीं किया। हाँ ये हो सकता है क्या भी आ ट्रांसफर दी ऐ कर ली दी ऐ कर ली, है ना, कुछ शिकायत उन्होंने को पहुँच गई मेरे को नहीं होवे, सो वो काम कर लिया। अदरवाइज किसी ने नहीं किया भी इस चीज़ को ऐ चलाना, जो थोड़ा पानी का प्रबंध हो रहा है ऐ करो, जो सीवर का प्रबंध हो रहा है ऐ करो। हाँ एक मान साहब की हिदायत जरूर है कि जिन्ने शहर ने कोई सीवर का ढक्कन मिसिंग ना हो, कोई स्ट्रीट लाइट जी बुझी ना हो, है ना, किते पानी ये ना हो कि पानी जाता ना हो, कोई सीवर बंद ना हो। सो ये हिदायत उन्होंने हैगियां ने कि सड़कों रिपेयर करो, ये जनरल हिदायत ने। लेकिन कदे उन्होंने एक इंडिविजुअल इंटरफेयर करने की कोशिश नहीं की, ना इतों कदे हुई है तो ना कदे दिल्ली हुई है, तो ना मैं कदे दिल्ली किसी को जाके मिलिया। ओके, ये प्रभाव क्यों है भी मान सरकार तो रिमोट तो दिल्ली तो चलती, ये प्रभाव खत्म क्यों नहीं हो रहा? प्रभाव नहीं है, ये तो इन्हों की चलाई हुई वो मूव है इन्हों की ऑपोजिशन पार्टी सी, इन्होंने होर नहीं को लगता इत्थे कल इत्थे आ जाते भी दिल्लियों चल रही है जी। क्वेश्चन ये है कि जो चंगा काम कर रहे हो तो की फर्क पैन दिया, हाउ डज दैट मैटर? काम चंगे पंजाब दे हो रहे हैं ना, नौकरियां मिल रही ने, 29,000 नौकरी कित्थे मिली है, 29,000 प्लस नौकरी। अज भी मान साहब यकीन ने कि जो कच्चे ने इन्होंने किस तरह होर तनख्वाह वधाई जाए। देखो उस दिन कैबिनेट मीटिंग कहते यार ये तनख्वाह बड़िया घट ने, तनख्वाह वधाओ ना सब दी। सो जिमें असी हुण फायरमैन 1500 के लागे असी फायरमैन, फायर अफसर, फायर ड्राइवर रख रहे साढ़े महकमे च, ठीक है, लेकिन पुराने बंदे कितने निकल रहे असी। उन्होंने कहा तुसीं कंपीट करो, जो नहीं आते तो कोई गल नहीं, असीं तुहाडीआं तनख्वाहां वधावांगे, बेसिक तनख्वाह दी वधा दांगे आपां उन्हां दी जिन्ने उन्होंने मिलते हैं। और असीं ये भी डिस्कस कर रहे हैं कि उन्होंंने असीं इंश्योरेंस करा दीए, क्योंकि बड़े थ्रैटनिंग लाइफ थ्रैटनिंग उन्हों का काम हुंदा, ते जे किसी दी आयुष्मान नहीं हैगी असीं आयुष्मान भी करा दीए, जे सानू किश्त कोलों तो नहीं पे किश्त भी कोलों दे दीए। सो ये सारियां वी आर थिंकिंग ऑन दोज लाइन्स। लेकिन देखो जे साढ़े 20 साल तो भर्ती नहीं होए तो इन्होंने हक ही नहीं किसी ने, मैं कहना कोई गल करता है, सानू 4 साल तो काम कर लेंदे, 4 साल बाद इन्होंने हक होगा सानू गल करन दा।
ਡਾਕਟਰ ਸਾਹਿਬ ਵੈਸੇ ਤਾਂ ਤੁਹਾਡੇ ਉਹ ਦਾਇਰੇ 'ਚ ਆਉਂਦਾ ਨਹੀਂ, ਪਰ ਕਿਉਂਕਿ ਤੁਸੀਂ ਜਿਹੜੀ ਸ਼ਖਸੀਅਤ ਜੇ ਪੰਜਾਬ ਨਾਲ ਜੁੜੇ ਜੇ, ਮੈਂ ਸਵਾਲ ਜ਼ਰੂਰ ਕਰਨਾ ਚਾਹੁੰਦਾ। ਜਿਹੜੀ ਬਿਲਡਿੰਗ 'ਚ ਬੈਠੇ ਆ MC ਭਵਨ ਪੰਜਾਬ, ਬੜੀ ਖੂਬਸੂਰਤ ਬਿਲਡਿੰਗ ਹੈ, ਸੈਕਟਰ 35 'ਚ ਨਾਲ ਕਿਸਾਨ ਭਵਨ ਹੈ, ਇੱਧਰ ਮਾਰਕਫੈਡ ਆ। ਪਿਛਲੇ ਸਮੇਂ 'ਚ ਪੰਜਾਬ ਚੰਡੀਗੜ੍ਹ ਵਿੱਚੋਂ ਵੱਡੇ ਪੱਧਰ 'ਤੇ ਦਫ਼ਤਰ ਜਿਹੜੇ ਆ ਉਹ ਸ਼ਿਫਟ ਹੋ ਗਏ ਮੋਹਾਲੀ। ਪੇਂਡੂ ਵਿਕਾਸ ਵਿਭਾਗ ਪੰਜਾਬ, ਮੰਡੀ ਬੋਰਡ ਹੋ ਗਿਆ, ਜੰਗਲਾਤ ਵਿਭਾਗ ਹੋ ਗਿਆ, ਸਿੱਖਿਆ ਵਿਭਾਗ ਦੇ 3-4 ਵੱਡੇ ਦਫ਼ਤਰ ਸੈਕਟਰ 17 'ਤੇ ਸੀ, ਉਹ ਚਲ ਗਏ ਮੋਹਾਲੀ। ਬੜੀਆਂ ਖੂਬਸੂਰਤ ਬਿਲਡਿੰਗਾਂ ਬਣ ਗਈਆਂ, ਇਰੀਗੇਸ਼ਨ ਦਾ ਅੱਧਾ ਦਫ਼ਤਰ ਉੱਥੇ ਚਲ ਗਿਆ। ਤੇ ਲੱਗਦਾ ਨਹੀਂ ਵੀ ਜੇ ਉਹ ਸਾਰੇ ਦਫ਼ਤਰ ਹੀ ਇੱਥੇ ਹੁੰਦੇ, ਇੱਥੇ ਬਿਲਡਿੰਗਾਂ ਇੱਦਾਂ ਦੀਆਂ ਬਣਦੀਆਂ, ਤੇ ਜਿਹੜਾ ਚੰਡੀਗੜ੍ਹ ਤੇ ਸਾਡਾ ਪੰਜਾਬ ਦਾ ਹੱਕ ਹੈ ਹੋਰ ਮਜ਼ਬੂਤ ਹੁੰਦਾ। ਹੁਣ ਲੱਗਦਾ ਨਹੀਂ ਵੀ ਅਸੀਂ ਆਪ ਹੀ ਕਿਤੇ ਪਿਛਲੀਆਂ ਸਰਕਾਰਾਂ ਨੇ ਖੋਰਾ ਲਾਤਾ, ਇੱਥੋਂ ਦਫ਼ਤਰ ਅਸੀਂ ਸ਼ਿਫਟ ਕਰੀ ਗਏ, ਤੇ ਕੱਲ ਨੂੰ ਤੇ ਇਹੀ ਕਿਹਾ ਜਾਊਗਾ ਵੀ ਤੁਹਾਡਾ ਪੰਜਾਬ ਚੰਡੀਗੜ੍ਹ 'ਚ ਹੈ ਕੀ ਆ। ਇਹ ਇਸ ਤਰ੍ਹਾਂ ਦੇਖੋ, ਹਮੇਸ਼ਾ ਇਸ ਤਰ੍ਹਾਂ ਹੁੰਦਾ, ਤੁਸੀਂ ਹੱਕ ਛੱਡੋਗੇ ਨਾ, ਤੁਸੀਂ ਜ਼ਮੀਨ ਨਾ ਵਾਓ ਤੇ ਕੋਈ ਨਾ ਕੋਈ ਵਟਾ ਵੱਢਣੀ ਸ਼ੁਰੂ ਕਰ ਲਓ ਤੁਹਾਡੀਆਂ। ਤੁਸੀਂ ਘਰ ਖਾਲੀ ਛੱਡ ਦਿਓ, ਕਿਸੇ ਨਗਾ ਆ ਜੂਗੀ ਘਰ ਖਾਲੀ ਪਿਆ, ਇਹਨੂੰ ਕਬਜ਼ਾ ਕਰੀਏ ਇੱਥੇ। ਸੋ ਇਸੇ ਤਰ੍ਹਾਂ ਹੀ ਤੁਸੀਂ ਦੇਖੋ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਛੱਡਤੀ, ਤੁਸੀਂ ਆਪਣੇ ਡਰਾਈਵਰ ਖਿੱਚ ਲਏ ਉੱਥੋਂ, ਤੁਸੀਂ ਆਪਣੇ SDO ਖਿੱਚ ਲਏ, ਤੁਸੀਂ ਆਪਣੇ JE ਖਿੱਚ ਲਏ, ਤੁਸੀਂ ਜੋ ਅਫਸਰ ਖਿੱਚੀ ਜਾਓਗੇ ਆਪਣੇ ਵਾਪਸ ਨੂੰ, ਤੇ ਕੋਈ ਨਾ ਕੋਈ ਭਰੂਗਾ ਨਾ ਉੱਥੇ, ਉਹ ਤੇ ਕੰਮ ਚੱਲਣਾ ਹੀ ਚੱਲਣਾ। ਉਹ BBMP ਮੰਗ ਰਿਹਾ ਵੀ ਡੈਪੂਟੇਸ਼ਨ ਤਾਂ ਇੰਨੇ ਕੋਟੇ 'ਚ ਇੰਨੇ ਇੰਜੀਨੀਅਰ ਭੇਜੋ, ਅਸੀਂ ਭੇਜਦੇ ਨਹੀਂ, ਉਹ ਹਿਮਾਚਲ ਵਾਲੇ ਲਾ ਰਹੇ ਨੇ ਜੀ, ਹਿਮਾਚਲ ਲਾ ਰਿਹਾ ਜਾਂ ਸੈਂਟਰ ਲਾ ਰਿਹਾ ਆਪਣੇ, ਹੈ ਨਾ ਜੀ। ਅੱਛਾ, ਇਸੇ ਤਰ੍ਹਾਂ ਹੀ ਪੰਜਾਬ ਯੂਨੀਵਰਸਿਟੀ ਹੈ। ਮੈਨੂੰ ਯਾਦ ਹੈ ਕਿ ਮੈਂ ਹੁਣ ਨਾਂ ਨਹੀਂ ਲਾਂਗਾ ਪਿਛਲੇ CM ਸਾਹਿਬ ਦਾ, ਜਿੰਨਾ ਕਿਹਾ ਸਾਡੇ ਕੋਲ ਪੈਸੇ ਨਹੀਂ ਹੈਗੇ, ਨਹੀਂ ਪੈਸੇ ਹੈਗੇ ਛੱਡ ਦਿਓ ਫਿਰ ਹੱਕ, ਫਿਰ ਤੁਸੀਂ ਹੱਕ ਛੱਡ ਦਿਓ ਆਪਣਾ। ਇਸੇ ਤਰ੍ਹਾਂ ਚੰਡੀਗੜ੍ਹ 'ਚ ਹੈ ਸਾਡਾ 60% ਕੋਟਾ ਹੈ, ਪਰ 3% ਕੇਵਲ ਇੱਥੇ ਡੈਪੂਟੇਸ਼ਨ ਤੇ ਸਾਡੇ ਮੁਲਾਜ਼ਮ ਤੇ ਅਧਿਕਾਰੀ ਨੇ, ਕੋਈ ਸਵਾਲ ਹੀ ਨਹੀਂ ਕਰ ਰਿਹਾ। ਮੈਂ ਉਹੀ ਤੇ ਗੱਲ ਕਰ ਰਿਹਾ, ਤੁਸੀਂ ਹੱਕ ਛੱਡੋਗੇ ਆਪਣਾ ਤੇ ਕੋਈ ਨਾ ਕੋਈ ਹੱਕ ਲੈ ਲੇਗਾ ਨਾ ਤੁਹਾਡਾ। ਸੋ ਇਹ ਸਾਡੀ ਗਲਤੀ ਰਹੀ ਹੈ ਇਹਨੇ ਸਾਲਾਂ ਦੀ ਕਿ ਅਸੀਂ ਹੱਕ ਛੱਡੀ ਗਏ, ਅਸੀਂ ਪਾਣੀ ਦੇ ਹੱਕ ਛੱਡੀ ਗਏ ਆ। ਤੁਸੀਂ ਮਾਝੇ 'ਚ ਵੇਖ ਲਓ, ਅਪਰ ਬਾਰੀ ਦੁਆਬ ਕਨਾਲ 'ਚ ਪਾਣੀ ਨਹੀਂ ਹੁੰਦਾ ਕਦੇ, ਹਾਲਾਂਕਿ ਸਾਰਾ ਸਾਲ 85-100 ਕਿਊਸੈਕ ਪਾਣੀ ਚੱਲ ਸਕਦਾ ਉਹ 'ਚ, ਸਾਰਾ ਸਾਲ ਚੱਲ ਸਕਦਾ। ਸਾਡੇ ਸਾਰੇ ਸਾਲ ਦਾ ਕੋਟਾ ਨਾ, ਲਿਮਿਟਡ ਥੋੜੀ ਹੈ। ਜੇ ਅਸੀਂ ਪੈਲੀਆਂ ਜ਼ਿਮੀਦਾਰ ਲੈਣੇ ਵਿੱਚ ਘੱਟ, ਜ਼ਿਮੀਦਾਰ ਤਾਂ ਲੈਣੇ ਘੱਟ ਗਏ, ਇਹਨਾਂ ਨਹਿਰਾਂ ਪੱਕੀਆਂ ਨਹੀਂ ਕੀਤੀਆਂ, ਇਹਨਾਂ ਨਹਿਰਾਂ ਖਾਲੀਆਂ ਨਹੀਂ, ਇਹਨਾਂ ਸਾਡੇ ਸੂਏ ਜਿਹੜੇ ਸੀ ਛੋਟੇ ਉਹ ਨਹੀਂ ਖਾਲੇ। ਸੋ ਨਹਿਰਾਂ ਟੇਲ ਐਂਡ ਤੇ ਪਾਣੀ ਨਹੀਂ ਸੀ ਪਹੁੰਚਦਾ, ਲੋਕੀ ਬੰਬੀਆਂ ਵੱਲ ਧਿਆਨ ਹੋ ਗਿਆ। ਅਦਰਵਾਈਜ਼ ਲੋਕੀ ਸਿਰ ਪੜ ਦਿੰਦੇ ਸੀਗੇ ਮੋਗੇ ਤੇ, ਬਿਲਕੁਲ 5 ਮਿੰਟ ਬਾਅਦ ਘੱਟ ਵਾਰੀ ਹੋ ਜਾਂਦੀ ਤੇ ਇਹਨੇ ਲੋਕੀ ਤਰਸਦੇ ਪਾਣੀ ਵਾਸਤੇ। ਅਸੀਂ ਲੋਕਾਂ ਪਿਛਾਂਹ ਹਟਾਤਾ ਇਸ ਤੋਂ। ਹੁਣ ਸਾਡੀ ਸਰਕਾਰ, ਮਾਨ ਸਾਹਿਬ ਦੀ ਸਰਕਾਰ ਪੂਰੀ ਜ਼ੋਰ ਲਾ ਰਹੀ ਹੈ, ਅਸੀਂ ਨਹਿਰਾਂ ਠੀਕ ਕਰਨ ਡਏ ਹਾਂ, ਅਸੀਂ ਖਾਲ ਖਾਲਣ ਡਏ ਹਾਂ, ਖਾਲ ਦੁਬਾਰਾ ਪਾਉਣ ਡਏ ਹਾਂ। ਜੇ ਕਿਸੇ ਕਾਲਜ ਬਣ ਕੇ ਅਸੀਂ ਕਹਿਣ ਡਏ ਤੇ ਸਾਨੂੰ ਕਾਲਜ ਵਿੱਚੋਂ ਕੱਢ ਕੇ ਖੜਾਂਗੇ ਖਾਲ ਆਪਣਾ, ਤਾਂ ਕਿ ਲੋਕਾਂ ਨੂੰ ਪਾਣੀ ਦੇ ਸਕੀਏ। ਅਸੀਂ ਦੇਖੋ, ਸਾਡੇ ਕੋਲ ਮਿੱਠਾ ਪਾਣੀ ਹੈਗਾ ਮਾਝੇ 'ਚ, ਤੇ ਅਸੀਂ ਥੱਲੇ ਕੱਢ ਵੇਸਟ ਕਰੀ ਜਾਣ ਡਿਆ, ਨਹਿਰ ਦਾ ਪਾਣੀ ਅਸੀਂ ਵਰਤਣ ਨਹੀਂ ਰਹੇ, ਉਹ ਪਾਕਿਸਤਾਨ ਚਲੀ ਜਾਣ ਡਿਆ, ਰਾਜਸਥਾਨ ਲਈ ਜਾਣ ਡਿਆ। ਇਹ ਗੱਲਾਂ ਰਾਤੋਂ ਰਾਤ ਨਹੀਂ ਹੁੰਦੀਆਂ, ਇਹ ਗੱਲਾਂ ਕਿ ਦਹਾਕਿਆਂ ਤੋਂ ਹੁੰਦੀਆਂ ਨੇ। ਸੋ ਦਹਾਕਿਆਂ ਤੋਂ ਆਪਣਾ ਹੱਕ ਪੰਜਾਬ ਛੱਡੀ ਗਿਆ। ਮੈਂ ਨਹੀਂ ਕਹਾਂਗਾ ਕਾਂਗਰਸ ਨੇ ਕੀਤਾ, ਅਕਾਲੀਆਂ ਨੇ ਕੀਤਾ, ਕਿ ਨਹੀਂ ਕੀਤਾ, BJP ਨੇ ਕੀਤਾ, ਲੇਕਿਨ ਸਾਰੇ ਰਲ ਕੇ ਕੀਤਾ, ਪੰਜਾਬੀਆਂ ਰਲ ਕੇ ਕੀਤਾ। ਅਸੀਂ ਆਪਣਾ ਹੱਕ ਛੱਡਿਆ, ਸਾਨੂੰ ਛੱਡਣਾ ਨਹੀਂ ਚਾਹੀਦਾ। ਮਾਨ ਸਾਹਿਬ ਦੀ ਸਰਕਾਰ ਦੀ ਵੱਡਾ ਆਪਣਾ ਇਸੇ ਗੱਲ 'ਚ ਕਿ ਅਸੀਂ ਜਿਹੜੇ ਹੱਕ ਸਾਡੇ ਗਵਾਚੇ, ਅਸੀਂ ਉਹਨੂੰ ਲੈਣ ਦੀ ਦੁਬਾਰਾ ਕੋਸ਼ਿਸ਼ ਕਰ ਰਹੇ ਹਾਂ। ਨਹੀਂ ਸਾਹਿਬ, ਇੱਕ ਹੋਰ ਸਵਾਲ ਹੈ ਦਿਮਾਗ 'ਚ ਆ ਰਿਹਾ। ਇੱਕ ਤੁਹਾਡੀ ਪਾਰਟੀ 'ਚ, ਤੁਹਾਡੀ ਸਰਕਾਰ 'ਚ ਡਿਸਿਪਲਿਨ ਬੜਾ ਦੇਖਿਆ ਜਾ ਰਿਹਾ, ਭਾਵੇਂ ਮੰਤਰੀ ਹੋਣ, ਭਾਵੇਂ ਵਿਧਾਇਕ ਹੋਣ। ਭਗਵੰਤ ਸਿੰਘ ਮਾਨ ਜੀ ਜਾਂ ਤੁਹਾਡੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜਿਵੇਂ ਆਦੇਸ਼ ਦਿੰਦੇ ਨੇ, ਉੱਦਾਂ ਪਾਣੀ ਦੇ ਵਹਾਅ ਵਾਂਗ ਸਾਰਾ ਚੱਲਦਾ। ਆਮ ਕਿਹਾ ਜਾਂਦਾ ਭਾਰਤੀ ਜਨਤਾ ਪਾਰਟੀ ਬਾਰੇ ਜਦੋਂ ਤੁਸੀਂ ਸਿਆਸੀ ਗਲਿਆਰਿਆਂ ਦੀ ਗੱਲ ਕਰੋਗੇ, ਫਿਰ ਉੱਥੇ ਕੰਪੈਰੀਜ਼ਨ ਹੁੰਦਾ ਤੇ ਲੱਗਦਾ ਵੀ ਯਾਰ ਇੰਨੀ ਵੱਡੀ ਪਾਰਟੀ BJP, ਡਿਸਿਪਲਿਨ ਬਹੁਤ ਹੈ ਉਹਦੇ 'ਚ। ਪਰ ਲੱਗਦਾ ਵੀ ਤੁਹਾਡੇ 'ਚ ਨਜ਼ਰ ਆ ਰਿਹਾ ਇਹ ਡਿਸਿਪਲਿਨ ਦਾ ਕਾਰਨ ਕਿ ਤੁਹਾਡੀ ਲੀਡਰਸ਼ਿਪ ਸਖਤ ਬਹੁਤ ਹੈ, ਡੰਡਾ ਮਜ਼ਬੂਤ ਰੱਖਦੀ ਹੈ, ਜਾਂ ਪਿਆਰ ਨਾਲ ਹੀ ਸਾਰਾ ਚੱਲਦਾ? ਪਿਆਰ ਨਾਲ ਚੱਲਦਾ ਜੀ, ਪਿਆਰ ਨਾਲ ਚੱਲਦਾ। ਦੇਖੋ ਪਤਾ ਗੱਲ ਕੀ ਆ, ਸਾਡੀ ਪਾਰਟੀ 'ਚ ਉਹ ਬੰਦੇ ਆਏ ਜਿਹੜੇ ਚੇਂਜ ਚਾਹੁੰਦੇ ਸੀਗੇ। ਮੈਂ ਤਾਂ ਕਦੇ ਕਹਿਣਾ ਹੁੰਦਾ ਜਿਹੜੇ ਥੋੜ੍ਹੇ ਜਿਹੇ ਅਲੱਗ ਸੀਗੇ, ਰੂਟੀਨ ਨੂੰ ਅਲੱਗ ਸੀਗੇ। ਹੁਣ ਅਸੀਂ ਦੇਖੋ, ਕਿਸੇ ਨੇ ਕੋਸ਼ਿਸ਼ ਨਹੀਂ, ਮੈਂ ਤਾਂ ਕਦੇ ਵੀ ਨਹੀਂ ਸੋਚਿਆ ਮੈਂ ਪੋਲੀਟਿਕਸ ਆਊਂਗਾ, ਨਾ ਮੈਂ ਅਕਾਲੀ ਦਲ ਜਾਣਾ ਸੀ, ਨਾ ਮੈਂ ਕਾਂਗਰਸ ਜਾਣਾ ਸੀ, ਕਿਤੇ ਨਹੀਂ ਸੀ ਜਾਣਾ, ਹੈ ਨਾ। ਜੇ ਕੇਜਰੀਵਾਲ ਸਾਹਿਬ ਆਪਣੀ ਪਾਰਟੀ ਲੈ ਕੇ ਨਾ ਆਉਂਦੇ ਤੇ ਅਸੀਂ ਪੋਲੀਟਿਕਸ ਨਹੀਂ ਸੀ ਆਉਣਾ, ਅਸੀਂ ਆਪਣੀ ਡਾਕਟਰੀ ਕਰੀ ਜਾਣੀ ਸੀ ਬੈਠਿਆਂ। ਲੇਕਿਨ ਜਦੋਂ ਬੜੀ ਸੋਹਣੀ ਚੱਲ ਰਹੀ ਹੈ, ਬੜੀ ਸੋਹਣੀ ਚੱਲ ਰਹੀ ਸੀ ਜੀ। ਤੇ ਜਦੋਂ ਕੇਜਰੀਵਾਲ ਸਾਹਿਬ ਆਏ, ਮਨ 'ਚ ਇਹ ਗੱਲ ਹੈ ਕਿ ਜਿਹੜੇ ਅਸੀਂ ਬਹਿ ਕੇ ਡਰਾਇੰਗ ਰੂਮਾਂ 'ਚ ਗੱਲਾਂ ਕਰਦੇ ਹਾਂ, ਜਿਹੜੇ ਐਵੇਂ ਕ੍ਰਿਟਿਸਾਈਜ਼ ਕਰਦੇ ਰਹਿੰਦੇ ਆ ਵੀ ਆਹ ਵੀ ਖਰਾਬ ਹੈ, ਆਹ ਵੀ ਖਰਾਬ ਹੈ, ਤੇ ਪਾਣੀ ਨਹੀਂ ਆਉਣ ਡਿਆ, ਸੀਵਰ ਨਹੀਂ ਚੱਲਣ ਡਿਆ, ਡਿਸਿਪਲਿਨ ਨਹੀਂ ਹੈਗਾ, ਟ੍ਰੈਫਿਕ ਠੀਕ ਨਹੀਂ ਹੈ, ਤੇ ਕਿਉਂ ਉਹਨਾਂ ਵਿੱਚ ਕਦਮ ਪੁੱਟ ਕੇ ਵੇਖਿਆ ਜਾਵੇ ਤੇ ਆਪ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਅਸੀਂ ਤਾਂ ਹੀ ਸਿਆਸਤ 'ਚ ਆਏ ਹਾਂ। ਸਾਡੇ ਲੋਕੀ ਜਿੰਨੇ ਨੇ ਨਾ, ਇਹ ਸਾਰੇ ਕ੍ਰਾਂਤੀਕਾਰੀ ਨੇ ਕਿਸਮ ਦੇ, ਦੇ ਵਾਂਟਡ ਰੈਵੋਲੂਸ਼ਨ, ਦੇ ਵਾਂਟਡ ਅ ਚੇਂਜ। ਸੋ ਉਸੇ ਕਰਕੇ ਹੀ ਇਹ ਲੋਕੀ ਦੂਜੀਆਂ ਪਾਰਟੀਆਂ ਨਾਲੋਂ ਵੱਧ ਡਿਸਿਪਲਿਨ ਨੇ। ਅਖੀਰਲਾ ਸਵਾਲ ਡਾਕਟਰ ਸਾਹਿਬ, ਮੈਂ ਕਈ ਸਾਲ ਦੇਖਦਾ ਰਿਹਾ, ਤੁਸੀਂ ਅੰਮ੍ਰਿਤਸਰ ਤੋਂ
ਚੰਡੀਗੜ੍ਹ ਆਉਂਦੇ ਸੀ, ਮੋਸਟਲੀ ਜਦੋਂ ਇੱਥੇ ਆਉਂਦੇ ਸੀ ਤੁਹਾਡਾ ਪ੍ਰੋਟੈਸਟ ਹੁੰਦਾ ਸੀ, ਧੁੱਪੇ ਖੜੇ ਰਹਿੰਦੇ ਸੀ, ਤੁਸੀਂ ਸਾਰਾ ਦਿਨ ਸਟਰਗਲ ਕਰਦੇ ਸੀ। ਤੁਸੀਂ ਜਿਵੇਂ ਦੱਸਿਆ ਵੀ ਕੋਈ ਦਿਮਾਗ 'ਚ ਸੋਚ ਹੈਗੀ ਸੀ, ਸ਼ਾਇਦ ਤੁਸੀਂ ਇਹ ਡ੍ਰੀਮ ਨਾ ਲਿਆ ਹੋਵੇ ਵੀ MLA ਬਣੋਗੇ, MLA ਬਣਨ ਤੋਂ ਬਾਅਦ ਇੰਨੇ ਵੱਡੇ ਵਿਭਾਗ ਦੇ ਮੰਤਰੀ ਵੀ ਹੋਗੇ, ਵੱਡੀ ਗੱਲ ਹੈ। ਇਹ 2-4 ਡਿਪਾਰਟਮੈਂਟ ਨੇ ਜਿਨ੍ਹਾਂ 'ਚ ਇੱਕ ਤੁਹਾਡੇ ਵਾਲਾ ਜਿਹਨੂੰ ਅਹਿਮ ਡਿਪਾਰਟਮੈਂਟ ਕਿਹਾ ਜਾਂਦਾ, ਜਿਹਦਾ ਨਵਜੋਤ ਸਿੱਧੂ ਮੰਤਰੀ ਰਿਹਾ, ਇਸੇ ਤਰ੍ਹਾਂ ਬ੍ਰਹਮ ਮਹਿੰਦਰਾ, ਹੋਰ ਵੱਡੇ ਵੱਡੇ ਮੰਤਰੀ ਰਹੇ ਨੇ। ਤੁਹਾਡਾ ਡ੍ਰੀਮ ਕੀ ਹੈ? ਮੈਂ ਡਿਪਾਰਟਮੈਂਟ ਦੀ ਗੱਲ ਨਹੀਂ ਕਰਦਾ, ਪੰਜਾਬ ਨੂੰ ਕਿੱਦਾਂ ਦਾ ਦੇਖਣਾ ਚਾਹੁੰਦੇ ਸੀ, ਔਰ ਉਹ ਦੇਖਣ ਦਾ ਜਿਹੜਾ ਸੁਪਨਾ ਤੁਹਾਡਾ ਕਿੱਥੋਂ ਤੱਕ ਤੁਸੀਂ ਕਹਿ ਸਕਦੇ ਜੇ ਵੀ ਤੁਹਾਡੇ ਕਦਮ ਪਹੁੰਚ ਗਏ ਨੇ? देखो, मैं सब तो बड़ा पंजाब में डिसिपलिन स्टेट देखना चाहूँगा। ओके, चाहे वो फिजिकल डिसिपलिन है, पैसों का डिसिपलिन है, चाहे ट्रैफिक का डिसिपलिन है, चाहे वो साड़ी जड़ियाँ कंस्ट्रक्शंस हो रही हैं उसका डिसिपलिन है, साढ़े दफ्तर का डिसिपलिन है, फैमिली का डिसिपलिन है। सो डिसिपलिन जिदन साढ़े आ गया, साड़ी कौम ने बहुत तरक्की करनी है। देखो, यही लोग साढ़े जड़े ने जो कैनेडा अमेरिका जाते हैं तो उत्थे तरक्की क्यों करते हैं? क्योंकि एक सिस्टम च आ जाते हैं, एक डिसिपलिन च आ जाते हैं। सो जो वही सिस्टम और डिसिपलिन पंजाब च आ गया ना, पंजाब फिर नंबर 1 सूबा बनेगा। ਅਸੀਂ ਜਾਣ ਬੁੱਝ ਕੇ ਇਹਨਾਂ ਨੂੰ ਉਸ ਤਰ੍ਹਾਂ ਰਾਹ 'ਚ ਪਾ ਛੱਡਿਆ ਪੁਰਾਣੇ ਲੋਕਾਂ ਨੇ ਕਿ ਇਨਡਿਸਿਪਲਿਨ ਜਿਹੇ ਹੋ ਗਏ ਸੀ। ਸੋ ਜੋ ਇਸ ਬੰਨੇ ਆਪਾਂ ਦੇਖੋ, ਹੁਣ ਤੁਸੀਂ ਅੰਮ੍ਰਿਤਸਰ ਦੀ ਐਗਜ਼ਾਮਪਲ ਲੈਣਾ, ਸਾਡੇ ਕੋਲ ਨਾ ਨਵੇਂ ਆਏ ਨੇ CP ਨਵੇਂ ਆਏ ਨੇ ਤੇ ਅੰਮ੍ਰਿਤਸਰ ਦਾ ਹਾਂਜੀ, ਉਹਨਾਂ ਨੇ ਨੁਹਾਰ ਬਦਲਤੀ ਸਾਰੀ ਜੀ। ਹੁਣ ਨੈਕਸਟ ਜੋ ਸਟੈਪ ਨੁਹਾਰ ਬਦਲਤੇ ਸਾਰੀ ਜੀ, ਬਿਲਕੁਲ ਬਦਲੀ ਹੈ ਜੀ, ਬਹੁਤ ਸੋਹਣੀ ਬਦਲੀ ਹੈ ਜੀ। ਦੇਖੋ, ਟ੍ਰੈਫਿਕ ਏਡੀ ਬੜੀ ਡਿਸਿਪਲਿਨ ਨਾਲ ਚੱਲਣ ਡਈ ਹੈ, ਟ੍ਰੈਫਿਕ ਵਾਲੇ ਬੰਦੇ ਖੜੇ ਹੁੰਦੇ ਨੇ, ਬੜੇ ਪਿਆਰ ਨਾਲ ਗੱਲ ਕਰਦੇ ਨੇ। ਇੱਥੇ ਚੰਡੀਗੜ੍ਹ ਮੈਂ ਸੌਰੀ ਦੱਸਾਂਗਾ, SSP ਰਹੇ ਨੇ ਨੌਨਿਆਲ ਹੁਣੀ ਡੈਪੂਟੇਸ਼ਨ 'ਤੇ, ਜਦੋਂ ਆਏ ਸੀ ਆਉਂਦਿਆਂ ਸਾਰ ਉਹਨਾਂ ਨੇ, ਜਿਵੇਂ ਤੁਸੀਂ ਅੰਮ੍ਰਿਤਸਰ ਦੀ ਗੱਲ ਕਰਦੇ, ਇੱਕਦਮ ਚੇਂਜ ਲਿਆਤੀ ਸੀ, ਪਤਾ ਲੱਗਦਾ ਸੀ ਬਹੁਤ ਵੱਡੀ ਚੇਂਜ ਹੈ, ਔਰ ਆਪ ਸੜਕਾਂ 'ਤੇ ਨਿਕਲਦੇ ਸੀ। ਇਹਦਾ ਮਤਲਬ ਉਹ ਉਹਨਾਂ ਦੀ ਰੂਟੀਨ ਅੰਮ੍ਰਿਤਸਰ ਵੀ ਜਾਰੀ ਹੈ। ਬਿਲਕੁਲ ਜੀ। ਹੁਣ ਜਦੋਂ ਮੈਂ ਸਿਆਸਤ ਕਿਤੇ ਨਹੀਂ ਸੀ, ਸਿਆਸਤ ਨਹੀਂ ਸੀ ਹੈਗਾ, ਜਿੰਨੇ ਮੇਰੇ ਕੋਲ ਮੰਤਰੀ ਕਦੇ ਮਿਲਣੇ, ਕਦੇ ਆਉਣੇ, ਕਦੇ ਸੋਸ਼ਲ ਗੈਦਰਿੰਗ 'ਚ ਮੇਰੇ ਡਾਕਟਰੀ ਦੇ ਤੌਰ 'ਤੇ ਮੈਨੂੰ ਮਿਲਣੇ, ਇੱਕੋ ਗੱਲ ਕਰਨੀ, ਮੈਂ ਕਹਿੰਦਾ ਜਿੱਦਾਂ ਤੁਸੀਂ ਟ੍ਰੈਫਿਕ ਕੰਟਰੋਲ ਕਰ ਲਈ ਨਾ, ਉਦੋਂ ਲੱਗੂਗਾ ਸਰਕਾਰ ਚੱਲਦੀ ਹੈ। ਚਾਹੇ ਪਿੰਡਾਂ ਦੀ ਟ੍ਰੈਫਿਕ ਹੈ, ਚਾਹੇ ਸ਼ਹਿਰਾਂ ਟ੍ਰੈਫਿਕ ਹੈ, ਕਿਉਂਕਿ ਜਦੋਂ ਟ੍ਰੈਫਿਕ ਅਨਰੈਗੂਲੇਟਡ ਫਿਰਦੀ ਤਾਂ ਲੱਗਦਾ ਨਹੀਂ ਕੋਈ ਸਰਕਾਰ ਐਗਜ਼ਿਸਟ ਕਰਦੀ ਹੈ ਇੱਥੇ। ਸੋ ਜੋ ਅੰਮ੍ਰਿਤਸਰ 'ਚ ਅਸੀਂ ਐਡਾ ਵੱਡਾ ਮਾਰਕਾ ਮਾਰਿਆ ਹੈ। ਡਾਕਟਰ ਸਾਹਿਬ, ਤੁਸੀਂ ਵੱਡੀ ਗੱਲ ਕਹਿ ਰਹੇ ਜੇ, ਮੈਂ ਉਹਦੇ 'ਚ ਐਡੀਸ਼ਨ ਕਰ ਦਿੰਦਾ, ਇਹਨੂੰ ਪਤਾ ਨਹੀਂ ਕਿਉਂ ਪੁਲਿਸ ਵਿਭਾਗ ਬਹੁਤ ਵੱਡਾ ਵਿਭਾਗ ਆ, ਉੱਥੇ ਟ੍ਰੈਫਿਕ ਪੁਲਿਸ ਦਾ ਵਿੰਗ ਮੈਂ ਬਹੁਤ ਕਵਰ ਕੀਤਾ, ਛੋਟਾ ਹੈ, ਡੇਲੀ 15-16 ਬੰਦੇ ਐਕਸੀਡੈਂਟ 'ਚ ਪੰਜਾਬ 'ਚ ਮਰਦੇ ਨੇ। ਕਿੰਨਾ ਵੱਡਾ ਦੁਖਾਂਤ ਹੈ, ਬਹੁਤ ਵੱਡਾ ਨੁਕਸਾਨ ਹੈ। ਔਰ ਤੁਸੀਂ ਮਰਦੇ ਵੇਖਦੇ ਹੋ, ਜਿਹੜੇ ਬੰਦੇ ਜ਼ਖਮੀ ਹੋ ਕੇ ਹਸਪਤਾਲ ਪੈਂਦੇ ਨੇ, ਲੱਖਾਂ ਕਰੋੜਾਂ ਰੁਪਏ ਦਾ ਖਰਚ ਉਹਨਾਂ ਜਾਂਦਾ ਵਿਚਾਰਿਆਂ ਦਾ, ਸਾਰੀ ਉਮਰ ਕਰਜ਼ੇ ਹੋ ਜਾਂਦੇ ਆ ਜੀ। ਸੋ ਇਸ ਕਰਕੇ ਮੈਂ ਜਿਹੜੀ ਗੱਲ ਕਰ ਰਿਹਾ ਨਾ ਜੀ, ਇਹ ਬਹੁਤ ਲਾਜ਼ਮੀ ਹੈ। ਹੁਣ ਨੌਨਿਹਾਲ ਸਿੰਘ ਦੀ ਇੱਕ ਹੋਰ ਬੜੀ ਡਰੀਮ ਹੈ ਕਿ ਅਸੀਂ ਨਾ ਸ਼ਹਿਰ ਦੇ ਜਿਹੜੇ ਨਾਕੇ ਨੇ ਉਹ ਬਹੁਤ ਚੰਗੇ ਬਣਨੇ ਚਾਹੀਦੇ ਨੇ, ਉੱਥੇ ਪੱਕੇ ਕੰਟੇਨਰ ਖੜੇ ਹੋਣੇ ਚਾਹੀਦੇ ਨੇ, ਉੱਥੇ ਪਾਣੀ ਪੀਣ ਨੂੰ ਮਿਲੇ। ਮਤਲਬ ਜਿਹੜਾ ਸਿਪਾਹੀ ਡਿਊਟੀ 'ਤੇ ਹੈ ਜਾਂ ਅਫਸਰ ਡਿਊਟੀ 'ਤੇ ਹੈ, ਉਹਦੇ ਕੋਲ ਮੇਜ਼ ਹੋਵੇ, ਉਹਦੇ ਕੋਲ ਕੁਰਸੀ ਹੋਵੇ, ਭਾਵੇਂ ਸ਼ਾਮ ਨੂੰ ਫੋਲਡ ਕਰਕੇ ਦੁਬਾਰਾ 'ਚ ਰੱਖ ਦੇਣ, ਪੀਣ ਨੂੰ ਪਾਣੀ ਹੋਵੇ, ਜਾਣ ਨੂੰ ਬਾਥਰੂਮ ਹੋਵੇ, ਤਾਂ ਕਿ ਉਹਨਾਂ ਦੀ ਜ਼ਿੰਦਗੀ ਵੀ ਥੋੜ੍ਹੀ ਸੌਖੀ ਹੋਵੇ। ਥਾਣੇ 'ਚ ਵੀ ਚਾਹੁੰਦੇ ਕਿ ਕੁਰਸੀਆਂ ਮੇਜ਼ ਚੰਗੇ ਲੱਗੇ ਹੋਣ, ਕੂਲਰ ਲੱਗਾ ਹੋਵੇ ਜਿੱਥੇ ਬੰਦਾ ਜਾ ਕੇ ਪਾਣੀ ਪੀ ਸਕੇ, ਤੁਸੀਂ ਸਾਨੂੰ ਜਾਣਾ ਪਏ ਕਿਸੇ ਦੇ ਨਾਲ, ਅਸੀਂ ਜਾ ਕੇ ਉੱਥੇ ਠੰਡਾ ਪਾਣੀ ਪੀ ਸਕੀਏ। ਉਹਨਾਂ ਨੂੰ ਪੇਪਰ ਪ੍ਰੋਵਾਈਡ ਕਰੀਏ, ਉਹਨਾਂ ਨੂੰ ਕਲਮਾ ਪ੍ਰੋਵਾਈਡ ਕਰੀਏ, ਕਿਉਂਕਿ ਵਰਕਿੰਗ ਕੰਡੀਸ਼ਨ ਪੁਲਿਸ ਦੀਆਂ ਬਹੁਤ ਮਾੜੀਆਂ ਨੇ। ਸੋ ਮਾੜੀ ਵਰਕਿੰਗ ਕੰਡੀਸ਼ਨ ਵਿੱਚ ਕੋਈ ਵੀ ਮੁਲਾਜ਼ਮ ਚੰਗਾ ਕੰਮ ਨਹੀਂ ਕਰ ਸਕਦਾ। ਔਰ ਸਾਡੇ ਜਦੋਂ ਦੇਖੋ ਬਰਸਾਤ ਆਉਂਦੀ, ਸਾਡੀ ਐਫੀਸ਼ੀਐਂਸੀ ਘੱਟ ਜਾਂਦੀ ਹੈ, ਕਿਉਂਕਿ ਸਲਾਬੇ ਜਿਹੇ ਨਾ ਪੜ੍ਹਨ ਨੂੰ ਜੀ ਕਰਦਾ, ਨਾ ਕੁਛ ਕਰਨ ਨੂੰ ਜੀ ਕਰਦਾ। ਸਿਆਲਾਂ 'ਚ ਐਫੀਸ਼ੀਐਂਸੀ ਵੱਧ ਜਾਂਦੀ ਹੈ। ਆ ਗੋਰੇ ਦੀ ਐਫੀਸ਼ੀਐਂਸੀ ਮੈਂ ਕਈ ਵਾਰੀ ਸੋਚਦਾ ਮੌਸਮ ਚੰਗਾ ਹੋਣ ਕਰਕੇ ਸ਼ਾਇਦ ਸਾਨੂੰ ਜ਼ਿਆਦਾ ਹੋਵੇ। ਸੋ ਜੇ ਅਸੀਂ ਉਹਨਾਂ ਨੂੰ ਦਾਂਗੇ, ਆਪਣੇ ਪੁਲਿਸ ਫੋਰਸ ਨੂੰ ਕੋਈ ਦਾਂਗੇ, ਐਕਸਟਰਾ ਦਾਂਗੇ, ਤੇ ਮੈਨੂੰ ਪੱਕਾ ਪਤਾ ਕਿ ਇਹ ਫੋਰਸ ਜਿਹੜੀ ਹੈ ਇਹ ਦੁਬਾਰਾ ਖਿੜ ਕੇ ਉਭਰੇਗੀ ਤੇ ਪੰਜਾਬ ਨੂੰ ਨਵੀਂ ਰਾਹ ਤੇ ਲੈ ਜਾਏਗੀ। ਸੋ ਡਾਕਟਰ ਇੰਦਰਬੀਰ ਨਿੱਜਰ ਹੋਣਾ ਦੇ ਤੁਸੀਂ ਗੱਲਬਾਤ ਸੁਣੀ, ਉਹ ਕਹਿੰਦੇ ਮੇਰਾ ਇੱਕੋ ਡਰੀਮ ਹੈ, ਮੈਂ ਦੇਖਣਾ ਚਾਹੁੰਦਾ ਵੀ ਪੰਜਾਬ ਨੰਬਰ 1 ਸਟੇਟ ਹੋਵੇ। ਆਸ ਕਰਦੇ ਹਾਂ ਕਿਤੇ ਸਾਰੇ ਪੰਜਾਬੀਆਂ ਨੂੰ ਇਹ ਕਹਿਣ ਦਾ ਮੌਕਾ ਮਿਲੇ ਵੀ ਸਾਡਾ ਸਟੇਟ ਤੇ ਨੰਬਰ 1 ਹੈ।